ਕਿਸੇ ਸਰਕਾਰ ਦਾ ਗ੍ਰਾਫ 3 ਮਹੀਨਿਆਂ 'ਚ ਇੰਨਾ ਨਹੀਂ ਗਿਰਿਆ ਹੋਵੇਗਾ ਜਿੰਨਾ ਆਮ ਆਦਮੀ ਪਾਰਟੀ ਦਾ ਪ੍ਰੈਕਟੀਕਲੀ ਗਰਾਊਂਡ ਤੇ ਨਜ਼ਰ ਆ ਰਿਹਾ। ਇਹਨਾਂ ਦੇ ਕੁਝ ਫੈਸਲੇ ਇਸ ਤਰ੍ਹਾਂ ਦੇ ਨੇ ਜਿਹੜੇ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਬੁਰੇ ਮਨਾਏ। ਤਬਦੀਲੀ ਨਹੀਂ ਆਈ। ਰਾਜ ਸਭਾ ਦੇ ਮੈਂਬਰਸ ਬਣਾਏ, ਉਹਦੇ 'ਚ ਇਹ ਬੈਕਫੁੱਟ ਤੇ ਚਲੇ ਗਏ ਸੀ। ਲੋਕਾਂ ਨੂੰ ਐਂ ਲੱਗਦਾ ਜਿੱਦਾਂ ਕੇਜਰੀਵਾਲ ਚਲਾ ਰਿਹਾ। ਕੇਜਰੀਵਾਲ ਨੂੰ ਇੱਥੇ ਬੁਲਾਇਆ ਗਿਆ, ਕੇਜਰੀਵਾਲ ਨੂੰ ਕ੍ਰੈਡਿਟ ਦਿੱਤਾ ਜਾ ਰਿਹਾ। ਹਾਲਾਂਕਿ ਇਹ ਬੱਸਾਂ ਦਾ ਰਾਜੇ ਵੜਿੰਗ ਨੇ ਬਤੌਰ ਟਰਾਂਸਪੋਰਟ ਮਿਨਿਸਟਰ ਉਹਦੇ ਕੋਲ ਟਾਈਮ ਮੰਗਿਆ ਸੀ। ਲੋਕਾਂ ਨੂੰ ਤਾਂ ਉਮੀਦ ਸੀ ਕਿ ਐਜੂਕੇਸ਼ਨ ਸਸਤੀ ਕਰਨਗੇ, ਹੈਲਥ ਕੇਅਰ ਸਸਤੀ ਕਰਨਗੇ, ਲੇਕਿਨ ਪੰਜਾਬ 'ਚ ਸਸਤੀ ਸ਼ਰਾਬ ਹੋਈ। ਸਿੱਪੀ ਸ਼ਰਮਾ ਜਿਹੜੀ ਲੜਕੀ ਨੂੰ ਇਹਨਾਂ ਨੇ ਸੁਹਾਣੇ ਮੋਹਾਲੀ ਤੋਂ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਇਹ ਕਹਿ ਕੇ ਲਾਇਆ ਸੀ ਕਿ ਬੇਟਾ ਤੂੰ ਆ ਜਾ, ਸਾਡੀ ਸਰਕਾਰ ਬਣ ਰਹੀ, ਉਹ ਸੰਗਰੂਰ ਦੀ ਟੈਂਕੀ ਤੇ ਫਿਰ ਚੜੀ ਹੋਈ ਹੈ। ਆਮ ਆਦਮੀ ਪਾਰਟੀ ਦਾ ਪਹਿਲਾ ਟੈਸਟ ਹੈ ਸੰਗਰੂਰ ਜਿਮਨੀ ਚੋਣ। ਉੱਥੇ ਕਾਂਗਰਸ ਪਾਰਟੀ ਵੀ ਮੈਦਾਨ ਦੇ ਵਿੱਚ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਕਈ ਕਾਂਗਰਸੀਆਂ ਦੀਆਂ ਸੂਚੀਆਂ ਬਣਾ ਕੇ ਬੈਠੀ ਹੋਈ ਹੈ। ਸਾਧੂ ਸਿੰਘ ਧਰਮਸੋਤ ਤੇ ਜੇਲ੍ਹ ਭੇਜ ਦਿੱਤਾ। ਹੋਰ ਵੀ ਮੁੱਦੇ ਨੇ, ਇਹਨਾਂ ਮੁੱਦਿਆਂ ਤੇ ਗੱਲਬਾਤ ਕਰਾਂਗੇ। ਕਾਂਗਰਸ ਪਾਰਟੀ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਾਹਿਬ, ਕਿਵੇਂ ਦੇਖਦੇ ਸੰਗਰੂਰ ਬਾਈ ਇਲੈਕਸ਼ਨ, ਆਮ ਆਦਮੀ ਪਾਰਟੀ ਦਾ ਪਹਿਲਾ ਟੈਸਟ? ਦੇਖੋ, ਹਾਲਾਂ ਸਮਾਂ ਤਾਂ ਬਹੁਤ ਥੋੜਾ ਹੋਇਆ, 3 ਕੁ ਮਹੀਨੇ ਹੋਏ ਆ, ਲੇਕਿਨ ਸ਼ਾਇਦ ਕਿਸੇ ਸਰਕਾਰ ਦਾ ਗ੍ਰਾਫ 3 ਮਹੀਨਿਆਂ 'ਚ ਇੰਨਾ ਨਹੀਂ ਗਿਰਿਆ ਹੋਵੇਗਾ ਜਿੰਨਾ ਆਮ ਆਦਮੀ ਪਾਰਟੀ ਦਾ ਪ੍ਰੈਕਟੀਕਲੀ ਗਰਾਊਂਡ ਤੇ ਨਜ਼ਰ ਆ ਰਿਹਾ ਵਾ। ਇਹਨਾਂ ਦੇ ਕੁਝ ਫੈਸਲੇ ਇਸ ਤਰ੍ਹਾਂ ਦੇ ਨੇ ਜਿਹੜੇ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਬੁਰੇ ਮਨਾਏ। ਇਹਨਾਂ ਦੇ ਆਪਣਾ ਵੋਟ ਬੇਸ ਜਿਹੜਾ ਉਹ ਬੇਸਿਕਲੀ ਇਨਕਲਾਬੀ ਤੇ ਜਜ਼ਬਾਤੀ ਵੋਟ ਬੈਂਕ ਹੈ, ਨੌਜਵਾਨਾਂ ਦਾ ਵੋਟ ਬੈਂਕ ਹੈ, ਚੰਗੇ ਬੰਦਿਆਂ ਦਾ ਵੋਟ ਬੈਂਕ ਹੈ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਬਦੀਲੀ ਲਿਆਉਣ ਦਾ ਇੱਕ ਵਿਚਾਰਧਾਰਾ ਨਾਲ ਵੋਟ ਪਾਈ ਸੀ। ਜੇ ਆਪਾਂ 3 ਮਹੀਨਿਆਂ ਦੇ ਕੰਮ ਨੂੰ ਐਨਾਲਾਈਜ਼ ਕਰੀਏ ਬਿਲਕੁਲ ਨਿਰਪੱਖਤਾ ਨਾਲ, ਤੇ ਕੋਈ ਬਹੁਤੀ ਤਬਦੀਲੀ ਨਹੀਂ ਆਈ। ਆਲਮੋਸਟ ਸੇਮ ਜੇ ਹਾਲਾਤ ਨੇ। ਆਫਕੋਰਸ ਗੱਲਾਂ ਬਾਤਾਂ ਦੇ ਵਿੱਚ ਜਾਂ ਦਾਅਵਿਆਂ ਵਿੱਚ ਜ਼ਰੂਰ ਕੋਈ ਗੱਲ ਮਾੜੀ ਮੋਟੀ ਹੋਵੇਗੀ। ਰਾਜ ਸਭਾ ਦੇ ਮੈਂਬਰਸ ਬਣਾਏ, ਉਹਦੇ 'ਚ ਇਹ ਬੈਕਫੁੱਟ ਤੇ ਚਲੇ ਗਏ ਸੀ। ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਗਲਤ ਬਣਾਤੇ ਨੇ। ਦੂਸਰੀ ਵਾਰੀ ਉਹਨਾਂ ਨੇ ਕੋਰਸ ਕਰੈਕਸ਼ਨ ਕੀਤਾ, ਗਲਤੀ ਫਿਰ ਕੀਤੀ। ਬਾਬਾ ਬਲਬੀਰ ਸਿੰਘ ਸੀਚੇਵਾਲਾ ਫਿਰ ਵੀ ਇੱਕ ਪੰਜਾਬ ਦਾ ਠੀਕ ਨੋਮੀਨੇਟ ਕੀਤਾ, ਲੇਕਿਨ ਜਿਹੜਾ ਵਿਕਰਮਜੀਤ ਸਾਨੀ ਵਗੈਰਾ ਕੀਤੇ, ਉਹ ਅਗੇਨ ਉੱਥੇ ਲੋਕਾਂ ਨੇ ਇਲਜ਼ਾਮ ਲਾਏ ਨੇ ਕਿ ਪੈਸੇ ਲੈ ਕੇ ਕਰਦੇ ਨੇ। ਲਵਲੀ ਯੂਨੀਵਰਸਿਟੀ ਵਾਲੇ ਤੋਂ ਪੈਸੇ, ਸਨੀ ਅਰੋੜੇ ਤੋਂ ਪੈਸੇ, 2 ਗੈਰ ਪੰਜਾਬੀ। ਇਸ ਤਰ੍ਹਾਂ ਨਾਲ ਜਿਹੜੇ ਇਹਨਾਂ ਦੇ ਹੋਰ ਮਸਲੇ ਨੇ ਪੰਜਾਬ ਦੇ, ਜਿੱਦਾਂ ਲੋਕਾਂ ਨੂੰ ਐਂ ਲੱਗਦਾ ਜਿੱਦਾਂ ਕੇਜਰੀਵਾਲ ਚਲਾ ਰਿਹਾ। ਹੁਣ ਦੇਖੋ ਨਾ, ਬੱਸ ਨੂੰ ਝੰਡੀ ਦੇਣੀ ਸੀ। ਚੀਫ ਮਿਨਿਸਟਰ ਪੰਜਾਬ ਫੁੱਲ ਫਲੈਜਡ ਸਟੇਟ ਆ, ਉਹ ਤਾਂ ਇੱਕ ਮਿਊਨਸਿਪੈਲਿਟੀ ਹੈ। ਕੇਜਰੀਵਾਲ ਨੇ ਝੰਡੀ ਦੇਣੀ ਹੈ ਤਾਂ ਉਹ ਏਅਰਪੋਰਟ 'ਤੇ ਖੜ੍ਹ ਕੇ ਦਿੰਦਾ। ਕੇਜਰੀਵਾਲ ਨੂੰ ਇੱਥੇ ਬੁਲਾਇਆ ਗਿਆ, ਕੇਜਰੀਵਾਲ ਨੂੰ ਕ੍ਰੈਡਿਟ ਦਿੱਤਾ ਜਾ ਰਿਹਾ। ਹਾਲਾਂਕਿ ਇਹ ਬੱਸਾਂ ਦਾ ਰਾਜੇ ਵੜਿੰਗ ਨੇ ਬਤੌਰ ਟਰਾਂਸਪੋਰਟ ਮਿਨਿਸਟਰ ਉਹਦੇ ਕੋਲ ਟਾਈਮ ਮੰਗਿਆ ਸੀਗਾ, ਕਿਉਂਕਿ ਏਅਰਪੋਰਟ ਤੱਕ ਜਾਣ ਦੀ ਪਰਮਿਸ਼ਨ ਤਾਂ ਕੇਜਰੀਵਾਲ ਨੇ ਦੇਣੀ ਸੀ। ਉਦੋਂ ਕਹਿ ਦਿੱਤਾ ਜੀ ਕਿ ਨਹੀਂ, ਸਿਰਫ ISBT ਤਾਂ ਹੀ ਜਾ ਸਕਦੀਆਂ। ਸੋ ਇਹ ਜਿਹੜਾ ਪਬਲਿਸਿਟੀ ਸਟੰਟਸ ਨੇ, ਇਹ ਇਹਨਾਂ ਦੇ ਉਲਟ ਜਾ ਰਹੀਆਂ ਨੇ ਸਾਰੇ। ਐਂਟੀ ਕਰਪਸ਼ਨ ਹੈਲਪਲਾਈਨ ਨੰਬਰ, ਸ਼ਾਇਦ ਉਹਦੇ 'ਚ ਲੱਖਾਂ ਕੰਪਲੇਂਟਸ ਨੇ, ਲੇਕਿਨ ਕੋਈ ਪਾਏਦਾਰ, ਕੋਈ ਠੋਸ ਕਿਸੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ। ਸਿਮਿਲਰਲੀ ਇਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਤੇ ਗ੍ਰਿਪ ਉਹ ਬੜਾ ਕਮਜ਼ੋਰ ਆ। ਜਿਹੜੇ ਇਹਨਾਂ ਦੇ ਮਿਨਿਸਟਰਸ ਨੇ, ਤੁਸੀਂ ਦੇਖਿਆ ਉਹ ਕਿੱਦਾਂ ਇੱਕ ਮਿਨਿਸਟਰ ਸਟੰਟ ਕਰਦਾ ਫੜਿਆ ਗਿਆ। ਕੁਲਦੀਪ ਧਾਲੀਵਾਲ ਆਪ ਮਤਲਬ ਸੋਸ਼ਲ ਮੀਡੀਆ ਸੈਵੀ ਹੋਣ ਕਰਕੇ ਖੁਦ ਜ਼ਮੀਨਾਂ ਛਡਾਉਣ ਜਾ ਰਹੇ, ਉਹ ਲੋਕਾਂ ਨੇ ਜ਼ਮੀਨਾਂ ਦੁਬਾਰਾ ਵਾ ਲਈਆਂ। ਸੋ ਇਹ ਜਿਹੜਾ ਓਵਰਆਲ ਸਿਨੈਰੀਓ, ਮੈਂ ਬਿਲਕੁਲ ਨਿਰਪੱਖਤਾ ਨਾਲ ਕਹਿ ਰਿਹਾ, ਇਸ ਕਰਕੇ ਨਹੀਂ ਕਿ ਮੈਂ ਉਹਨਾਂ ਦਾ ਵਿਰੋਧੀ ਹੈਗਾ ਵਾਂ। ਉਹ ਕੋਈ ਇਹਨਾਂ ਦੇ ਬਹੁਤਾ ਹੱਕ 'ਚ ਨਹੀਂਗਾ। ਹਾਂ, ਅੱਛਾ ਨਾਲ ਇਹਨਾਂ ਨੂੰ ਹੁਣ ਪਿੱਛੇ ਜੇ ਭਗਵੰਤ ਮਾਨ ਪਹਿਲਾਂ ਕਹਿੰਦਾ ਸੀ ਜੀ, ਜਿਹੜਾ ਮਨਪ੍ਰੀਤ ਬਾਦਲ ਕਹਿੰਦਾ ਸੀ ਕਿ ਖਜ਼ਾਨਾ ਖਾਲੀ ਹੈ, ਉਹ ਕਹਿੰਦਾ ਖਜ਼ਾਨਾ ਜਿਹੜਾ ਖਾਲੀ, ਉਹ ਖਜ਼ਾਨਾ ਥੋੜ੍ਹਾ ਹੁੰਦਾ, ਤਾਂ ਪੀਪਾ ਹੁੰਦਾ। ਹੁਣ ਆਪ ਉਹੀ ਗੱਲਾਂ ਰਿਪੀਟ ਕਰ ਰਹੇ ਨੇ ਇਹਨਾਂ ਦੇ ਫਾਈਨੈਂਸ ਮਿਨਿਸਟਰ ਜਾਂ ਚੀਫ ਮਿਨਿਸਟਰ, ਕਿਉਂਕਿ ਅੱਜ ਆਪਾਂ ਸਭ ਨੂੰ ਪਤਾ ਵਾ ਕਿ ਬਹੁਤ ਵੱਡਾ ਕਰਜ਼ਾ ਪੰਜਾਬ 'ਤੇ। ਇਹਨਾਂ ਨੂੰ ਪਤਾ ਵਾ ਕਿ ਅਸੀਂ ਕੋਈ ਬਹੁਤ ਮੈਨੇ ਖੇਸ ਗੱਲ ਨਹੀਂ ਕਰ ਸਕਦੇ। ਮਤਲਬ ਐਜੂਕੇਸ਼ਨ, ਹੈਲਥ ਕੇਅਰ, ਜਿਹਦੇ 'ਚ ਕਲੇਮ ਕਰਦੇ ਸੀ ਦਿੱਲੀ ਦਾ ਮਾਡਲ, ਤੇ ਉਹ ਲੋਕਾਂ ਨੂੰ ਤਾਂ ਉਮੀਦ ਸੀ ਕਿ ਐਜੂਕੇਸ਼ਨ ਸਸਤੀ ਕਰਨਗੇ, ਹੈਲਥ ਕੇਅਰ ਸਸਤੀ ਕਰਨਗੇ, ਲੇਕਿਨ ਪੰਜਾਬ 'ਚ ਸਸਤੀ ਸ਼ਰਾਬ ਹੋਈ ਹੈ। ਐਕਸਾਈਜ਼ ਪੋਲਿਸੀ 'ਤੇ ਵੀ ਠੇਕੇਦਾਰਾਂ ਨੇ ਬਹੁਤ ਸਵਾਲ ਚੁੱਕੇ ਨੇ ਕਿ ਤੁਸੀਂ ਵੱਡੇ ਕਾਰਟਲਸ ਨੂੰ, ਰੈਡੀ ਬ੍ਰਦਰਜ਼ ਆਂਧਰਾ ਪ੍ਰਦੇਸ਼, ਪੌਂਟੀ ਚੱਡਾ ਔਰ ਦੀਪ ਮਲਹੋਤਰੇ ਵਰਗਿਆਂ ਨੂੰ ਤੁਸੀਂ ਮੋਨੋਪਲਾਈਜ਼ ਕਰਕੇ ਟ੍ਰੇਡ ਨੂੰ ਵੱਡੇ ਸਰਕਲ ਪੈਦਾ ਕਰਕੇ 40-50 ਕਰੋੜ ਦੀ ਜਿੱਥੇ ਇਨਵੈਸਟਮੈਂਟ ਆਊਗੀ, ਉਹਨੂੰ ਪਤਾ ਕਿ ਆਮ ਠੇਕੇਦਾਰ ਤਾਂ ਬਾਹਰ ਹੋ ਗਿਆ। ਇਹ ਸਾਰੇ ਇਸ਼ੂਜ਼ ਨੇ। ਇੰਪਲੋਇਮੈਂਟ ਵੀ ਕੋਈ ਹਲੇ ਤੱਕ ਕੋਈ, ਜਿਹਨੂੰ ਕਹਿੰਦੇ ਕਿ ਨਿੱਗਰ ਤੇ ਠੋਸ ਇੰਪਲੋਇਮੈਂਟ ਹਲੇ ਨਹੀਂ ਦਿੱਤੀ ਗਈ। ਬਹੁਤ ਸਾਰੇ ਜਥੇਬੰਦੀਆਂ ਸੰਗਰੂਰ 'ਚ ਉਹ ਵਿਰੋਧ ਕਰ ਰਹੀਆਂ ਨੇ। ਸਿੱਪੀ ਸ਼ਰਮਾ ਜਿਹੜੀ ਲੜਕੀ ਨੂੰ ਇਹਨਾਂ ਨੇ ਸੁਹਾਣੇ ਮੋਹਾਲੀ ਤੋਂ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਇਹ ਕਹਿ ਕੇ ਲਾਇਆ ਸੀ ਕਿ ਬੇਟਾ ਤੂੰ ਆ ਜਾ, ਸਾਡੀ ਸਰਕਾਰ ਬਣ ਰਹੀ, ਉਹ ਸੰਗਰੂਰ ਦੀ ਟੈਂਕੀ 'ਤੇ ਫਿਰ ਚੜੀ ਹੋਈ ਆ। ਸੋ ਦੀਜ਼ ਆਰ ਦਾ ਇਸ਼ੂਜ਼ ਜਿਹਦੇ ਕਰਕੇ ਇਹਨਾਂ ਦਾ ਗ੍ਰਾਫ ਡਾਊਨ ਆਇਆ ਵਾ। ਹਾਂ, ਜਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਹੋਰ ਕੋਈ ਕੰਮ ਨਹੀਂ ਗਾ, ਤਾਂ ਇਹ ਹੁਣ ਕਰਪਸ਼ਨ ਨੂੰ ਲੈ ਕੇ ਇਸ਼ੂ ਬਣਾ ਰਹੇ ਨੇ। ਔਰ ਮੈਂ ਇਸ ਗੱਲ ਦਾ ਮੁੱਦਈ ਕਿ ਕਰਪਟ ਬੰਦਿਆਂ ਨੂੰ ਸਜ਼ਾ ਹੋਣੀ ਚਾਹੀਦੀ ਆ। ਲੇਕਿਨ ਤੁਸੀਂ ਮੈਨੂੰ ਦੱਸੋ ਕਿ ਲੈਟਸ ਸੇ ਕੋਈ ਮਿਨਿਸਟਰ ਫੜਦੇ ਨੇ, ਫਾਰਮਰ ਇੱਕ ਧਰਮਸੋਤ ਫੜ ਲਿਆ,
ਤੁਹਾਡਾ ਕੀ ਖਿਆਲ ਹੈ ਕਿ ਮਿਨਿਸਟਰ ਨੇ ਇਕੱਲੇ ਨੇ ਕਰਪਸ਼ਨ ਕਰ ਲਈ ਹੈ? ਇਹ ਤਾਂ ਪੂਰੀ ਚੇਨ ਹੁੰਦੀ ਥੱਲੇ ਤੱਕ। ਜਿਹੜੇ ਬਿਊਰੋਕਰੈਟਸ ਨੇ, ਜਿਹੜੇ ਅਫਸਰ ਆ, ਜਦ ਤੱਕ ਉਹ ਇਹਦੇ ਨਾਲ ਸਾਥ ਨਹੀਂ ਦਿੰਦੇ ਕਰਪਸ਼ਨ ਹੋ ਹੀ ਨਹੀਂ ਸਕਦੀ, ਕਿਉਂਕਿ ਜਿੰਨੀਆਂ ਅਪਰੂਵਲਸ ਆ ਫਾਈਲਸ ਦੇ ਉੱਤੇ, ਉਹ ਜਿਹੜੇ IAS ਅਫਸਰਸ ਨੇ, ਡਿਪਾਰਟਮੈਂਟ ਦੇ ਹੈੱਡ ਨੇ, ਵੱਡੇ ਆਫਿਸਰਸ ਨੇ, ਉਹਨਾਂ ਤੋਂ ਬਗੈਰ ਹੋ ਹੀ ਨਹੀਂ ਸਕਦੀ। ਸੋ ਇਹ ਕਰਪਸ਼ਨ ਨੂੰ ਇਸ਼ੂ ਬਣਾ ਕੇ ਕਰ ਰਹੇ ਨੇ ਕੱਲ੍ਹ। ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਮੈਂ ਤਾਂ ਮੁਦਈ ਹਾਂ ਕਿ ਗਲਤ ਬੰਦਿਆਂ ਨੇ ਅਗਰ ਕੰਮ ਕੀਤਾ ਤਾਂ ਉਹਨਾਂ ਦੇ ਖਿਲਾਫ ਸਜ਼ਾ ਹੋਣੀ ਚਾਹੀਦੀ ਆ। ਮੈਂ ਆਪਣੀ ਪਾਰਟੀ 'ਚ ਵੀ ਕਿਹਾ ਕਿ ਪੋਲੀਟੀਕਲ ਵੈਂਡੇਟਾ, ਸਿਆਸੀ ਬਦਲਾਖੋਰੀ ਔਰ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਪ੍ਰੋਪਰ ਲਕੀਰ ਖਿੱਚਣੀ ਚਾਹੀਦੀ, ਕਿਉਂਕਿ ਹੋਇਆ ਕੀ ਪੰਜਾਬ ਦੇ ਵਿੱਚ ਕਿ ਜਿਹੜੇ ਆਮ ਸਧਾਰਨ ਕੇਡਰ ਨੇ, ਕਾਂਗਰਸ ਦਾ ਹੀ ਲਾ ਲਓ, ਉਹਨਾਂ ਨੇ ਤਾਂ ਕੋਈ ਕਰਪਸ਼ਨ ਨਹੀਂ ਕੀਤੀ, ਉਹ ਤਾਂ ਵਿਚਾਰੇ ਕੰਮ ਹੀ ਕਰਦੇ ਰਹੇ, ਦਰੀਆਂ ਹੀ ਵਿਛਾਉਂਦੇ ਰਹੇ ਨੇ। ਅਗਰ ਕਰਪਸ਼ਨ ਕੀਤੀ ਆ ਤੇ ਚੰਦ ਵਿਅਕਤੀਆਂ ਨੇ ਜਿਨ੍ਹਾਂ ਦੇ ਕੋਲ ਮੌਕਾ ਸੀ, ਜਿਹੜੇ ਮਿਨਿਸਟਰਸ ਸੀਗੇ, ਉਹ ਜਦੋਂ ਕਰਪਸ਼ਨ ਦੇ ਕਿਸੇ ਅੜਿੱਕੇ 'ਚ ਆਉਂਦੇ ਨੇ, ਵੀ ਹੈਵ ਟੂ ਐਨਾਲਾਈਜ਼ ਕਿ ਕੀ ਇਹ ਵਾਕਈ ਬਦਲਾਖੋਰੀ ਹੈ ਕਿ ਇਹ ਕਰਪਟ ਆਦਮੀ ਦਾ ਸਾਥ ਤਾਂ ਨਹੀਂ ਦੇ ਰਿਹਾ ਸੀ। ਸੋ ਮੇਰਾ ਉਸ ਦਿਨ ਪਾਰਟੀ ਦੇ ਪਲੇਟਫਾਰਮ ਤੇ ED ਦੇ ਦਫ਼ਤਰ ਦੇ ਬਾਹਰ ਰੱਖੀ ਸੀਗੀ। ਬਦਲਾਖੋਰੀ ਸਪਸ਼ਟ ਪਤਾ ਲੱਗ ਜਾਂਦਾ। ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਕੋਈ ਵੱਡਾ ਆਦਮੀ ਹਾਂ, ਲੇਕਿਨ ਜਦੋਂ ਮੇਰੇ ਤੇ BJP ਨੇ, ED ਨੇ ਰੇਡ ਕੀਤੇ, ਜਦ ਮੇਰੇ ਘਰੋਂ ਕੋਈ ਦਸਤਾਵੇਜ਼, ਕੋਈ ਪੈਸਾ ਨਹੀਂ ਲੱਭਾ, ਤੇ ਮੈਂ ਆਪਣੇ ਆਪ ਨੂੰ ਡਿਫੈਂਡ ਕੀਤਾ, ਮਤਲਬ ਹਰ ਇਲਜ਼ਾਮ ਨੂੰ ਡਿਫੈਂਡ ਕੀਤਾ, ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਬੇਗੁਨਾਹ ਵਾ। ਉਹਨਾਂ ਨੇ ਭਾਵੇਂ ਮੈਨੂੰ ਜੇਲ੍ਹ ਭੇਜਿਆ, ਲੋਕ ਸ਼ਕਤੀ ਐਡੀ ਪਾਵਰਫੁਲ ਆ ਕਿ ਉਹਨਾਂ ਨੇ ਮੈਨੂੰ ਵਿਧਾਨ ਸਭਾ ਭੇਜ ਦਿੱਤਾ। ਸੋ ਵੀ ਹੈਵ ਟੂ ਡਰਾ ਅ ਲਾਈਨ ਬਿਟਵੀਨ ਕਰਪਟ ਪੀਪਲ ਜਿਨ੍ਹਾਂ ਦੇ ਕਰਕੇ ਨੁਕਸਾਨ ਹੋਇਆ ਪਾਰਟੀ ਨੂੰ। ਤੁਹਾਨੂੰ ਲੱਗਦਾ ਤੁਹਾਡੀ ਪਾਰਟੀ ਨੂੰ ਵਿਜੀਲੈਂਸ ਬਿਊਰੋ ਦੇ ਦਫ਼ਤਰ ਜਾਣਾ ਚਾਹੀਦਾ ਸੀ? ਇਹ ਲੱਗਦਾ ਕਿ ਭਗਵੰਤ ਮਾਨ ਦੇ ਘਰ ਜਾਣਾ ਚਾਹੀਦਾ ਸੀ ਇਸ ਮਸਲੇ ਨੂੰ ਲੈ ਕੇ? ਦੇਖੋ, ਭਗਵੰਤ ਮਾਨ ਦੇ ਘਰ ਤਾਂ ਉਹ ਕਹਿੰਦੇ ਕਿ ਅਸੀਂ ਗਏ ਸੀਗੇ ਕਿ ਲਾਅ ਐਂਡ ਆਰਡਰ ਦੇ ਇਸ਼ੂ ਨੂੰ ਗੱਲ ਕਰਨਾ। ਵਿਜੀਲੈਂਸ ਆਫਿਸ ਵਿੱਚ ਜਾਣਾ ਠੀਕ ਨਹੀਂ ਸੀਗਾ, ਕਿਉਂਕਿ ਮੈਂ ਜਿਹੜੀ ਗੱਲ ਤੇ ਆ ਰਿਹਾ ਸੀਗਾ ਕਿ ਕਰਪਸ਼ਨ ਕਿਹਨਾਂ ਨੇ ਕੀਤੀ ਆ? ਸਿਰਫ ਥੋੜ੍ਹੇ ਜਿਹੇ ਉਂਗਲਾਂ ਦੇ ਬੰਦੇ ਨੇ। ਉਹਨਾਂ ਉਂਗਲਾਂ ਦੇ ਬੰਦਿਆਂ ਦੇ ਕਰਪਸ਼ਨ ਦੇ ਕਰਕੇ ਖਮਿਆਜ਼ਾ ਪਾਰਟੀ ਭੁਗਤ ਰਹੀ ਆ। ਅੱਜ ਆਪੋਜੀਸ਼ਨ 'ਚ ਆ ਗਏ, ਗਵਰਨਮੈਂਟ ਵੀ ਚਲੇਗੀ। ਸੋ ਵੀ ਹੈਵ ਟੂ ਬੀ ਵੈਰੀ ਕੇਅਰਫੁਲ। ਮੈਂ ਅਗਰ ਕਿਸੇ ਤੇ ਜੈਨੂਅਨ ਬਦਲਾਖੋਰੀ ਦਾ ਪਰਚਾ ਦਰਜ ਹੁੰਦਾ, ਸਭ ਤੋਂ ਜ਼ਿਆਦਾ ਮੂਹਰੇ ਹੋ ਕੇ ਅਸੀਂ ਲੜਾਂਗੇ। ਬਟ ਵੈਨ ਇਟ ਕਮਸ ਟੂ ਡਾਟਾ, ਹੁਣ ਜਿੱਦਾਂ ਸਤਿੰਦਰ ਜੈਨ ਆ, ਕੇਜਰੀਵਾਲ ਲੱਖ ਕਹੀ ਜਾਵੇ ਜੀ ਕਿ ਮੈਂ ਇਹ ਬੰਦਾ ਸਾਡਾ ਬਿਲਕੁਲ ਇਮਾਨਦਾਰ ਆ, ਇਹ ਕਰਪਟ ਨਹੀਂਗਾ, ਪਰ ਤੱਥ ਕੀ ਬੋਲਦੇ ਨੇ? ਉਹਦੇ ਘਰੋਂ 2 ਕਰੋੜ 83 ਲੱਖ ਰੁਪਇਆ ਕੈਸ਼ ਮਿਲਿਆ, ਪੌਣੇ 2 ਕਿਲੋ ਸੋਨੇ ਦੇ ਬਿਸਕਿਟ ਮਿਲੇ, 16 ਕਰੋੜ ਰੁਪਏ ਦੇ ਇਲਜ਼ਾਮ ਹੈ ਕਿ ਸ਼ੈਲ ਕੰਪਨੀਜ਼ ਨੇ ਮਨੀ ਲਾਂਡਰਿੰਗ, ਜਿਹੜੇ ਬੋਗਸ ਕੰਪਨੀਆਂ ਵਿਦੇਸ਼ਾਂ 'ਚ ਬੈਠੀਆਂ, ਉਹਦੇ ਥਰੂ ਇਹਨੂੰ 16 ਕਰੋੜ ਰਿਸੀਟ ਹੋਇਆ। ਸੋ ਦੈਨ ਹਾਊ ਡੂ ਯੂ ਸੇ ਕਿ ਇਹ ਕਰਪਟ ਨਹੀਂਗਾ? ਇਨਵੈਸਟੀਗੇਸ਼ਨ ਤਾਂ ਹੋਊਗੀ। ਇਹ ਸਾਰੇ ਇਸ਼ੂਜ਼ ਜਿਹੜੇ ਹੈਗੇ ਮੈਂ ਆਪਣੀ ਪਾਰਟੀ 'ਚ ਵੀ ਕਹਿਣਾ, ਔਰ ਮੈਂ ਲੋਕਾਂ ਦੀ ਡੋਮੇਨ 'ਚ ਵੀ ਰੱਖੇ ਨੇ। ਜਿਹੜੇ ਤੁਸੀਂ ਆਮ ਆਦਮੀ ਪਾਰਟੀ ਦੇ 3 ਮਹੀਨਿਆਂ ਦੀ ਪਰਫਾਰਮੈਂਸ ਗਿਣਾਈ ਹੈ, ਲੱਗਦਾ ਸੰਗਰੂਰ ਇਲੈਕਸ਼ਨ 'ਚ ਲੋਕਾਂ ਦੇ ਨਾਲ ਇਹ ਮੁੱਦੇ ਤਾਲੁਕ ਰੱਖਦੇ ਨੇ ਜੀ? ਹੈਗੇ ਆ। ਮੈਂ ਮਹਿਲ ਕਲਾਂ ਜਾ ਕੇ ਮੈਂ ਕੱਲ੍ਹ ਫਿਰ ਜਾ ਰਿਹਾ ਵਾਂ। ਡੈਫੀਨੇਟਲੀ ਉੱਥੇ ਹਾਲਾਂਕਿ ਥੋੜ੍ਹੀ ਜਿਹੀ ਲੋਕੀ ਇਲੈਕਸ਼ਨ ਹੈ, ਬਿਕੋਜ਼ ਪਾਰਲੀਮੈਂਟ ਦੀ ਇਲੈਕਸ਼ਨ ਆ, ਜੂਨ ਦਾ ਮਹੀਨਾ ਵਾ, ਝੋਨੇ ਦੀ ਬਿਜਾਈ ਹੋ ਰਹੀ ਆ, ਲੋਕ ਬਹੁਤ ਜ਼ਿਆਦਾ ਉੱਥੇ ਕੋਈ ਮੈਂ ਕਿਤੇ ਬਹੁਤ ਜ਼ਿਆਦਾ ਹਾਈ ਪ੍ਰੋਫਾਈਲ ਕੈਂਪੇਨ ਨਹੀਂ ਨਜ਼ਰ ਆਇਆ। ਪਰ ਮੈਂ ਜਿੱਦਾਂ ਕਿਹਾ ਵਾ ਕਿ ਜਿਹੜਾ ਰੋਡ ਸ਼ੋਅ ਕੱਢਿਆ ਕੱਲ੍ਹ ਭਗਵੰਤ ਮਾਨ ਨੇ, ਤੁਸੀਂ ਦੇਖ ਹੀ ਰਹੇ ਹੋ ਕਿ ਉੱਥੇ ਉਹੀ ਨੌਜਵਾਨ ਜਿਹੜੇ ਇਹਨਾਂ ਦੇ ਸਪੋਰਟਰ ਹੋਣਗੇ, ਉਹ ਕਹਿ ਰਹੇ ਜੇ ਕਿ ਆਹ ਦੇਖ ਲਓ ਭਗਵੰਤ ਮਾਨ ਦਾ ਸ਼ੋਅ ਖਾਲੀ ਆ। ਉਹ ਇੱਦਾਂ ਹੱਥ ਮਾਰਦੇ ਸੀਗੇ, ਤੇ ਭਗਵੰਤ ਮਾਨ ਐਜ਼ ਚੀਫ ਮਿਨਿਸਟਰ ਵੀ ਉਹਦੇ ਟੇਵਰ ਜਿਹੜੇ ਸੀਗੇ ਉਹ ਚੰਗੇ ਰਿਸਪੌਂਸਿਬਲ ਨਹੀਂ ਸੀਗੇ, ਉਹ ਵੀ ਉਹਨਾਂ ਨੂੰ ਜਾਂਦਾ ਪਤਾ ਨਹੀਂ ਫੁੱਲ ਮਾਰ ਗਿਆ। ਸੋ ਉੱਥੇ ਨਜ਼ਰ ਆ ਰਿਹਾ ਵਾ ਕਿ ਇਹਨਾਂ ਦਾ ਅੱਗੇ ਨਾਲੋਂ ਗ੍ਰਾਫ ਡਾਊਨ। ਹੁਣ ਕਿੰਨਾ ਗ੍ਰਾਫ ਡਾਊਨ ਆ, ਇਹ ਤਾਂ ਇਲੈਕਸ਼ਨ ਦੇ ਬੈਲਟਸ ਹੀ ਦੱਸਣਗੇ। ਪਰ ਉਹ ਤਾਂ ਕਹਿ ਰਹੇ ਹੈਗੇ ਕਿ 70 ਸਾਲਾਂ 'ਚ ਪੰਜਾਬ ਸਰਕਾਰ ਇੱਦਾਂ ਦੀ ਨਹੀਂ ਬਣੀ ਜਿਹੜੀ ਅਸੀਂ ਪਹਿਲੀ ਇਮਾਨਦਾਰ ਸਰਕਾਰ ਆ। ਅਫਸਰ ਅਸੀਂ ਨਹੀਂ ਪੈਸੇ ਲੈ ਕੇ ਲਾ ਰਹੇ, ਗੈਂਗਸਟਰ ਪਿਛਲੇ ਦੇ ਗਏ ਹੈਗੇ ਨੇ। ਸਾਧੂ ਸਿੰਘ ਧਰਮਸੋਤ ਭੱਜਣ ਵਾਲਾ ਸੀ BJP ਦੇ ਵਿੱਚ, ਅਸੀਂ ਤੜਕੇ 3 ਵਜੇ ਫੜ ਲਿਆ ਜੀ। ਦੇਖੋ, ਇਹ ਮੈਂ ਹੁਣ ਇਹੀ ਕਹਿ ਰਿਹਾ ਨਾ, ਕੱਲ੍ਹ ਮੈਂ ਉਹਦਾ ਰੋਡ ਸ਼ੋਅ 'ਚ ਭਗਵੰਤ ਮਾਨ ਦਾ ਬਿਆਨ ਸੁਣਿਆ ਕਿ ਅਸੀਂ ਲਿਸਟਾਂ ਬਣਾ ਲਈਆਂ ਨੇ। ਇਹ ਚੀਫ ਮਿਨਿਸਟਰ ਦਾ ਕੰਮ ਨਹੀਂਗਾ। ਇਹਦਾ ਮਤਲਬ ਤੁਸੀਂ ਇੰਟੀਮੀਡੇਟ ਕਰ ਰਹੇ ਆ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ, ਔਰ ਇੰਟੀਮੀਡੇਸ਼ਨ ਵੀ ਇਸ ਤਰ੍ਹਾਂ ਹੋ ਰਹੀ ਆ ਸਰਪ੍ਰਾਈਜ਼ਿੰਗਲੀ ਕਿ ਲਿਸਟਾਂ ਦਾ ਤੇ ਬੰਦਿਆਂ ਦੇ ਨਾਮ ਭਗਵੰਤ ਮਾਨ ਲੈਂਦਾ ਵਾ, ਆਮ ਆਦਮੀ ਪਾਰਟੀ ਦੀ ਸਰਕਾਰ, ਤੇ ਉਹ ਜਾਂਦੇ BJP ਦੀ ਝੋਲੀ 'ਚ। ਸੋ ਮੈਨੂੰ ਤਾਂ ਕਈ ਵਾਰੀ ਐਂ ਲੱਗਦਾ ਜਿੱਦਾਂ ਇਹ ਦੋਨੋਂ ਪਾਰਟੀਆਂ ਰਲ ਕੇ ਕੰਮ ਕਰ ਰਹੀਆਂ ਨੇ ਕਿ ਆਪ ਡਰਾਓ ਉਹ BJP ਜੁਆਇਨ ਕਰੇਗੇ। ਔਰ ਜੋ ਕੁਛ ਦੇਸ਼ ਵਿੱਚ ਇਸ ਵਕਤ ਚੱਲ ਰਿਹਾ, ਈਵਨ BJP ਦੇ ਵੀ ਮੈਂ ਕਹਿਣਾ ਚਾਹੁੰਦਾ ਕਿ ਸਾਰੀਆਂ ਪ੍ਰਮੁੱਖ ਏਜੰਸੀਆਂ ਨੂੰ ਉਹਦਾ ਮਿਸਯੂਜ਼ ਹੋ ਰਿਹਾ ਵਾ। ਮਿਸਯੂਜ਼ ਵਾਈ ਆਈ ਸੇ, ਵੈਰੀ ਸਿੰਪਲ ਲੌਜਿਕ, ਕਿ ਅਗਰ ਤਾਂ BJP ਡਿਸਪੈਸ਼ਨੇਟਲੀ ED CBI ਨੂੰ ਇਸਤੇਮਾਲ ਕਰਕੇ ਤੇ ਇਕਨੋਮਿਕ ਓਫੈਂਡਰਸ ਨੂੰ ਫੜਨ, ਵਪਾਰੀਆਂ ਨੂੰ ਫੜਨ, ਜਿਹੜੇ ਅਡਾਨੀ ਵਰਗਿਆਂ ਦੇ ਇਲਜ਼ਾਮ ਲੱਗ ਰਹੇ ਕਿ ਇਹਨਾਂ ਦੇ ਪੋਰਟਸ ਤੇ 20-25 ਹਜ਼ਾਰ ਕਰੋੜ ਰੁਪਏ ਦੇ ਡਰੱਗਸ ਆਏ ਨੇ, ਫਿਰ ਤਾਂ ਲੋਕ ਕਹਿਣਗੇ ਕਿ ਠੀਕ ਹੋ ਰਿਹਾ ਵਾ। ਜਾਂ BJP ਆਪਣੇ ਵੀ ਕੁਛ ਆਗੂ, ਆਫਟਰ ਆਲ BJP ਵਪਾਰੀਆਂ ਦੀ ਏਡੇ ਵੱਡੇ ਕਾਰੋਬਾਰੀਆਂ ਦੀ ਪਾਰਟੀ, ਇਹ ਤਾਂ ਹੈ ਨਹੀਂਗਾ ਕਿ 7-8 ਸਾਲਾਂ 'ਚ ਕਿਸੇ BJP ਦੇ ਬੰਦੇ ਨੇ ਕੋਈ ਗਲਤ ਕੰਮ ਹੀ ਨਹੀਂ ਕੀਤਾ, ਹਾਲਾਂਕਿ ਉਹ ਸੱਤਾ 'ਚ ਨੇ।
ਪਰ ਫੜੇ ਜਾ ਰਹੇ ਨੇ ਸਾਰੇ ਪੋਲੀਟੀਕਲ ਓਪੋਨੈਂਟਸ। ਜੰਮੂ ਕਸ਼ਮੀਰ ਤੋਂ ਲੈ ਕੇ ਥੱਲੇ ਤਾਮਿਲਨਾਡੂ ਤੱਕ ਚੱਲ ਜਾਓ ਤੁਸੀਂ, ਜਿੰਨੀਆਂ ਪੋਲੀਟੀਕਲ ਪਾਰਟੀਆਂ ਔਰ ਮੇਰਾ ਕੱਲ੍ਹ ਅਸੀਂ ਈਡੀ ਦੇ ਖਿਲਾਫ ਇੱਥੇ ਪ੍ਰੋਟੈਸਟ ਕੀਤਾ ਸੀਗਾ। ਮੇਰਾ ਸਿਰਫ ਇਹ ਕਹਿਣਾ ਵਾ ਕਿ ਅਸਲ 'ਚ ਕਹਾਣੀ ਕੀ ਕਿ ਬੀਜੇਪੀ ਵੀ ਬੈਕਫੁੱਟ 'ਤੇ ਆ ਦੇਸ਼ ਵਿੱਚ, ਔਰ ਉਹ ਓਪੋਜੀਸ਼ਨ ਦੀ ਜਿਹੜੀ ਯੂਨਿਟੀ ਉਹਨਾਂ ਨੂੰ ਨਜ਼ਰ ਆ ਰਹੀ ਆ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵਿੱਚ 17-18 ਪਾਰਟੀਆਂ ਇਕੱਠੀਆਂ ਹੋਈਆਂ, ਉਹਨਾਂ ਨੂੰ ਐਂ ਲੱਗਦਾ ਕਿ ਅਸੀਂ ਇਹਨਾਂ ਨੂੰ ਖੰਡਾ ਦਈਏ। ਰਾਹੁਲ ਗਾਂਧੀ ਦੇ ਖਿਲਾਫ ਵੀ ਜਿਹੜਾ ਇੱਕ ਪੁਰਾਣਾ ਮਾਮਲਾ ਚੱਕ ਕੇ ਨੈਸ਼ਨਲ ਹੈਰਲਡ ਦਾ ਜਿਹੜਾ ਸਬਜੂਡਿਸ ਵੀ ਹੈਗਾ ਵਾ, ਅਤੇ ਉਹਨੂੰ ਲਗਾਤਾਰ ਬੁਲਾ ਰਹੇ ਨੇ। ਉਹ ਬਾਕੀਆਂ ਨੂੰ ਸਿਗਨਲ ਦੇ ਰਹੇ ਕਿ ਜੇ ਰਾਹੁਲ ਨੂੰ ਫੜ ਸਕਦੇ ਆ, ਇਨਵੈਸਟੀਗੇਟ ਕਰ ਸਕਦੇ, ਤੁਹਾਨੂੰ ਵੀ ਕਰਾਂਗੇ। ਓਪੋਜੀਸ਼ਨ ਯੂਨਿਟੀ ਨੂੰ ਡਿਸਟਰੋਏ ਕਰਨ ਦੇ ਮਨਸੂਬੇ ਦੇ ਨਾਲ ਇਹ ਬੀਜੇਪੀ ਦੀ ਸਰਕਾਰ ਕੰਮ ਕਰ ਰਹੀ ਹੈ। ਤਾਂ ਲੱਗਦਾ ਜਿਸੇ ਤੁਸੀਂ ਕਹੇ ਕਿ ਭਗਵੰਤ ਨਾਮ ਲੈਂਦਾ ਹੈਗਾ ਤੇ ਕਾਂਗਰਸੀ ਜਾਂ ਅਕਾਲੀ ਦਲ ਬੀਜੇਪੀ 'ਚ ਜਾ ਰਹੇ ਨੇ। ਜੇ ਬੀਜੇਪੀ 'ਚ ਜਾ ਰਹੇ ਨੇ ਤੇ ਸਟੇਟ ਗਵਰਨਮੈਂਟ ਫੜ ਨਹੀਂ ਸਕਦੀ ਉਹਨਾਂ ਨੂੰ, ਜੇ ਉਹਨਾਂ ਕੋਈ ਕਰਪਸ਼ਨ ਕੀਤੀ ਹੈਗੀ, ਕਿ ਜਾਂ ਬੀਜੇਪੀ ਬਚਾ ਕੇ ਰੱਖੇਗੀ? ਦੇਖੋ ਗੱਲ ਹੈ ਨਾ, ਦਿਸ ਇਜ਼ ਵੈਰੀ ਇੰਟਰਸਟਿੰਗ ਕੁਐਸਚਨ ਤੁਸੀਂ ਪੁੱਛਿਆ ਕਿ ਜਿਹੜੇ ਲੀਡਰਸ ਪਿਛਲੇ ਸਮੇਂ 'ਚ ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਸਾਡੇ ਖਿਲਾਫ ਕੋਈ ਕਾਰਵਾਈ ਕਰੂਗੀ ਸਟੇਟ ਗਵਰਨਮੈਂਟ ਤੇ ਅਸੀਂ ਬੀਜੇਪੀ ਦੀ ਸ਼ਰਨ ਲੈ ਲਈਏ, ਸਾਰਿਆਂ ਨੂੰ ਤਕਰੀਬਨ ਪਤਾ ਵਾ ਕਿ ਇਹ ਸ਼ਰਨ ਲੈਣ ਗਏ ਨੇ। ਹੁਣ ਜੇ ਭਗਵੰਤ ਮਾਨ ਉਹਨਾਂ ਨੂੰ ਨਹੀਂ ਫੜੇਗਾ, ਦੈਟ ਮੀਨਸ ਕਿ ਬੀਜੇਪੀ ਦੇ ਨਾਲ ਮਿਲੀ ਭੁਗਤ ਆ, ਕਿਉਂਕਿ ਕਰਪਸ਼ਨ ਤਾਂ ਕਰਪਸ਼ਨ ਹੈ ਇਸ਼ੂ। ਉਹ ਡਰਦਾ ਇਹਦਾ ਮਤਲਬ ਕਿ ਮੈਂ ਹੁਣ ਬੀਜੇਪੀ ਦਾ ਜਿਹਨੇ ਪੱਲਾ ਫੜ ਲਿਆ, ਜੇ ਮੈਂ ਉਹਨੂੰ ਫੜੂੰਗਾ ਤਾਂ ਬੀਜੇਪੀ ਤਾਂ ਨਹੀਂ ਨਾਰਾਜ਼ ਹੋਊਗੀ, ਕਿਉਂਕਿ ਬੱਗੇ ਦਾ ਇੰਸੀਡੈਂਟ ਬਹੁਤ ਭੈੜਾ ਇਹਨਾਂ 'ਤੇ ਰਿਫਲੈਕਟ ਕੀਤਾ। ਇਹ ਬੱਗੇ ਨੂੰ ਚੱਕਣ ਗਏ ਸੀ ਦਿੱਲੀ, ਬੀਜੇਪੀ ਨੇ ਨਾਲੇ ਤਾਂ ਇਹਨਾਂ ਦੇ ਨਾਲੇ ਬੱਗਾ ਛਡਾ ਲਿਆ, ਨਾਲੇ ਇਹਨਾਂ ਦੇ ਬੰਦਿਆਂ ਦੇ ਪਰਚੇ ਦਰਜ ਕਰਤੇ। ਜਾਂ ਤਾਂ ਇਹ ਡਰਦੇ ਬੀਜੇਪੀ ਤੋਂ, ਅਤੇ ਜਾਂ ਫਿਰ ਬੀਜੇਪੀ ਦੇ ਨਾਲ ਇਹ ਅਲਾਇੰਸ ਵਿੱਚ। ਇੱਕ ਅਲਾਇੰਸ ਵਿੱਚ ਬੀਜੇਪੀ ਦੇ ਨਾਲ ਇੱਕ ਸੰਕੇਤ ਹੋਰ ਆਇਆ ਕੇਜਰੀਵਾਲ ਦਾ, ਜਿਹੜੀ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਪਾਰਟੀਆਂ ਸੀ, ਉਹਦੇ 'ਚ ਕੇਜਰੀਵਾਲ ਨੇ ਪਾਰਟਿਸਿਪੇਟ ਨਹੀਂ ਕੀਤਾ। ਇਹ ਹੁਣ ਕਹਿਣ ਲੱਗ ਗਏ ਨੇ ਕਿ ਅਸੀਂ ਤਾਂ ਲੋਕਾਂ ਦੇ ਨਾਲ ਅਲਾਇੰਸ ਕਰਾਂਗੇ, ਅਸੀਂ ਕਿਸੇ ਪਾਰਟੀ ਨਾਲ ਅਲਾਇੰਸ ਨਹੀਂ ਕਰਾਂਗੇ। ਸੋ ਇਹਦਾ ਮਤਲਬ ਹੈ ਕਿ ਓਪੋਜੀਸ਼ਨ ਯੂਨਿਟੀ ਦੇ ਵਿੱਚ ਉਹ ਓਬਸਟਰਕਸ਼ਨ ਕ੍ਰੀਏਟ ਕਰ ਰਿਹਾ ਕੇਜਰੀਵਾਲ। ਸੋ ਦੇਰ ਇਜ਼ ਐਵਰੀ ਪੋਸੀਬਿਲਿਟੀ ਕਿ ਕੇਜਰੀਵਾਲ ਜਿਹੜਾ ਹੈ ਉਹ ਬੀਜੇਪੀ ਦੀ ਲਾਈਨ ਟੋ ਕਰ ਰਿਹਾ। ਤੁਸੀਂ ਦੇਖੋ ਆ ਜਿਹੜਾ ਅਗਨੀਪਥ ਦਾ ਰੌਲਾ ਪੈ ਰਿਹਾ, ਸਾਰਾ ਦੇਸ਼ ਬਲ ਰਿਹਾ ਮਤਲਬ ਕੇਜਰੀਵਾਲ ਚੁੱਪ ਆ। ਜਿਹੜੇ ਦਿੱਲੀ ਵਿੱਚ ਰॉयट्स ਹੋਏ ਸ਼ਾਹੀਨ ਬਾਗ ਦੇ ਵੇਲੇ, ਮਾਈਨੋਰਿਟੀਜ਼ ਉੱਤੇ ਹਮਲੇ ਹੋਏ, ਕੇਜਰੀਵਾਲ ਚੁੱਪ ਸੀਗਾ। ਜਿਹੜੇ ਬਾਅਦ ਵਿੱਚ ਰੀਸੈਂਟਲੀ ਸਿੰਗਲ ਆਊਟ ਕਰਕੇ ਬੀਜੇਪੀ ਨੇ ਕੁੱਟੇ ਲੋਕ, ਆ ਹੁਣੇ ਉਸ ਪ੍ਰਯਾਗਰਾਜ ਵਿੱਚ ਇੱਕ ਵਿਅਕਤੀ ਦਾ ਲਾਅ ਨੂੰ ਤੋੜ ਕੇ, ਜਿਹੜਾ 30 ਦਿਨ ਦਾ ਨੋਟਿਸ ਹੋਣਾ ਚਾਹੀਦਾ ਵਾ ਕਿਸੇ ਦੀ ਡੈਮੋਲੀਸ਼ਨ ਕਰਨ ਦਾ, ਘਰ ਢਾਉਣ ਦਾ, 1 ਦਿਨ ਦਾ ਨੋਟਿਸ ਦੇ ਕੇ ਅਗਲੇ ਦਿਨ ਘਰ ਉਹਦਾ ਢਾਤਾ। ਕੇਜਰੀਵਾਲ ਸਭ ਚੁੱਪ ਨੇ। ਇਹਦਾ ਮਤਲਬ ਕਿ ਕੇਜਰੀਵਾਲ ਕਿਤੇ ਨਾ ਕਿਤੇ ਬੀਜੇਪੀ ਦਾ ਜਾਂ ਉਹਦੇ ਭੈ ਥੱਲੇ ਆ ਤੇ ਜਾਂ ਉਹਦਾ ਸਾਥ ਦੇ ਰਿਹਾ। ਦੋਨਾਂ 'ਚ ਇੱਕ ਗੱਲ ਜ਼ਰੂਰ ਹੈਗੀ ਜੀ। ਇਹ ਤਾਂ ਲੱਗਦਾ ਹੈ ਕਿ ਗੈਂਗਸਟਰ ਦੇ ਮਸਲੇ, ਸਿੱਧੂ ਮੂਸੇਵਾਲੇ ਦੇ ਕਤਲ ਕੇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਜਾਂ ਹੋਰ ਆਏ ਜਿਹੜੇ ਗੈਂਗਸਟਰ ਪੰਜਾਬ ਦੇ ਵਿੱਚ, ਸਰਕਾਰ ਸਹੀ ਦਿਸ਼ਾ 'ਚ ਜਾ ਰਹੀ ਜੀ? ਦੇਖੋ, ਗੈਂਗਸਟਰਸ ਨੂੰ ਜਿਹੜਾ ਹੈ ਰੋਕਣਾ, ਗੈਂਗਸਟਰਸ ਇਸ ਕਲਟ ਨੂੰ ਰੋਕਣਾ ਪੰਜਾਬ 'ਚ ਬਹੁਤ ਜ਼ਰੂਰੀ ਹੈ। ਬਿਕੋਜ਼ ਪੰਜਾਬ ਹੈਜ਼ ਆਲਵੇਜ਼ ਬੀਨ ਅ ਵੈਰੀ ਗੁੱਡ ਸਟੇਟ। ਇੱਦਾਂ ਦੇ ਲੋਕਾਂ ਦਾ ਸਾਥ ਨਹੀਂ, ਲੋਕੀ ਸਾਥ ਨਹੀਂ ਦਿੰਦੇ। ਪਰ ਇਹਨਾਂ ਦਾ ਇਹ ਕਹਿਣਾ ਕਿ ਜੀ ਗੈਂਗਸਟਰ ਪੁਰਾਣੀਆਂ ਪਾਰਟੀਆਂ ਪੈਦਾ ਕਰਕੇ ਗਈਆਂ ਨੇ, ਕਿਹੜੀ ਪਾਰਟੀ ਚਾਹੁੰਦੀ ਹੈ? ਲੈਟਸ ਬੀ ਓਨੈਸਟ ਕਿ ਕਿਹੜੀ ਪਾਰਟੀ ਚਾਹੁੰਦੀ ਕਿ ਸਾਡੇ ਰਾਜ ਦੇ ਵਿੱਚ ਗੈਂਗਸਟਰਸ ਹੋਣ, ਕਤਲੋ-ਗਾਰਤ ਹੋਵੇ? ਕੋਈ ਪਾਰਟੀ ਨਹੀਂ ਚਾਹੁੰਦੀ। ਇਹ ਇੱਕ ਆਰਗੈਨਿਕ ਡਿਵੈਲਪਮੈਂਟ ਹੈ ਕਿ ਪੰਜਾਬ ਦੇ ਵਿੱਚ ਕਾਫੀ ਸਮੇਂ ਤੋਂ ਨੌਜਵਾਨਾਂ ਨੂੰ ਓਪਰਚੁਨਿਟੀ ਨਹੀਂ ਮਿਲੀ, ਕੋਈ ਚੰਗੀ ਜੋਬਸ ਨਹੀਂ ਮਿਲ ਸਕੀਆਂ, ਕੋਈ ਓਪਨਿੰਗ ਨਹੀਂ ਗਈ। ਲੈਂਡਲੌਕਡ ਸਟੇਟ ਆ, ਇੱਥੇ ਕੋਈ ਉਹਦੀ ਇੰਡਸਟਰੀ ਤੁਸੀਂ ਕਰ ਹੀ ਨਹੀਂ ਸਕਦੇ, ਕੋਈ ਐਂਟਰਪ੍ਰੀਨਰਸ਼ਿਪ ਦੇ ਮੌਕੇ ਨਹੀਂ ਸੀਗੇ, ਜ਼ਮੀਨਾਂ ਥੋੜ੍ਹੀਆਂ ਨੇ, ਮਤਲਬ ਸਾਧਨ ਕੋਈ ਨਹੀਂ ਗੇ। ਬਹੁਤ ਲੋਕ ਤਾਂ ਬਾਹਰ ਚਲੇ ਗਏ, ਹੁਣ ਸਾਰੇ ਤਾਂ ਬਾਹਰ ਜਾ ਨਹੀਂ ਸਕਦੇ। ਆਈ ਥਿੰਕ ਇਟ ਇਜ਼ ਆਊਟ ਆਫ ਫਰਸਟ੍ਰੇਸ਼ਨ ਐਂਡ ਇਕਨੋਮਿਕ ਜਿਹੜਾ ਇੱਕ ਲੋਕਾਂ ਦੇ ਉੱਤੇ ਬੋਝ ਆ। ਤੁਸੀਂ ਦੇਖ ਰਹੇ ਹੋ ਕਿ ਮੂਸੇਵਾਲੇ ਕਤਲ ਕੇਸ ਵਿੱਚ ਇੱਕੋ ਮੁੰਡਾ ਪਤਾ ਨਹੀਂ ਕਿਹੜਾ ਫੜਿਆ, ਮੈਂ ਉਹਦਾ ਨਾਮ ਹੀ ਨਹੀਂ ਜਾਣਦਾ, ਕੇਕੜਾ ਕਿ ਕੀ ਆ, ਉਹ ਕਿੰਨੇ 15,000 ਤੇ ਕਰ ਰਿਹਾ ਸੀ ਕੰਮ। ਨਾਓ ਲੁੱਕ ਐਟ ਦੈਟ ਅਮਾਊਂਟ। ਸੋ ਜਿਹੜੇ ਆਦਮੀ, ਚਾਹੇ ਉਹ ਪਤਾ ਨਹੀਂ ਪੰਜਾਬ ਦਾ ਤਾਂ ਨਹੀਂ ਗਾ ਸ਼ਾਇਦ, ਉਹ ਕਿਸੇ ਹੋਰ ਸਟੇਟ ਦਾ, ਜਿਹੜੇ ਆਦਮੀ 15,000 ਲਈ, 50,000 ਲਈ, ਲੱਖ ਲਈ, 2 ਲੱਖ ਲਈ ਕ੍ਰਾਈਮ ਕਰਦੇ ਨੇ, ਇਹਦਾ ਮਤਲਬ ਉਹਨਾਂ ਦੀ ਕੋਈ ਆਰਥਿਕ ਮਜਬੂਰੀ ਆ। ਅਦਰਵਾਈਜ਼ ਕਾਨੂੰਨ ਤੋੜਨ ਦਾ ਕਿਹਦਾ ਦਿਲ ਕਰਦਾ? ਅਗਰ ਇੱਥੇ ਲੋਕਾਂ ਦੇ ਕੋਲ ਸੈਟਿਸਫੈਕਸ਼ਨ ਹੋਵੇ, ਉਹਨਾਂ ਨੂੰ ਤਸੱਲੀ ਹੋਵੇ ਕਿ ਸਾਡਾ ਭਵਿੱਖ ਜਿਹੜਾ ਸਿਕਿਉਰ ਆ, ਤੇ ਕੌਣ ਇੱਦਾਂ ਦੀ ਗੱਲ ਕਰੂਗਾ? ਇਹ ਇੱਕ ਹਾਲਾਤਾਂ 'ਚੋਂ ਪੈਦਾ ਹੋਇਆ ਸਿਸਟਮ ਹੈ ਗੈਂਗਸਟਰਸ ਦਾ। ਅੱਛਾ ਚਲੋ, ਹੁਣ 3 ਮਹੀਨੇ ਹੋਏ, ਕਹਿਣਗੇ ਜੀ ਇਹ ਪੁਰਾਣੇ ਨੇ ਦਿੱਤੇ ਨੇ, ਆਪਾਂ ਸਾਲ ਵੇਟ ਕਰਦੇ ਹਾਂ। ਸਾਲ ਬਾਅਦ ਤਾਂ ਨਹੀਂ ਨਾ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਗੈਂਗਸਟਰਸ, ਅਸੀਂ ਤਾਂ ਚਾਹੁੰਦੇ ਕਿ ਗੈਂਗਸਟਰਸ ਤੇ ਗੈਂਗ ਜਿਹੜਾ ਇਹ ਉਹ ਹੈਗਾ ਖਤਮ ਹੋਣਾ ਚਾਹੀਦਾ। ਔਰ ਕਹਿੰਦੇ ਸਭ ਕੁਛ ਪਿਛਲੀਆਂ ਸਰਕਾਰਾਂ ਸ਼ੈਲਟਰ ਕਰਦੀਆਂ ਰਹੀਆਂ, ਮਾਈਨਿੰਗ ਬੰਦ ਹੋ ਗਈ ਜੀ, ਮਾਫੀਏ ਬੰਦ ਹੋ ਗਏ ਪੰਜਾਬ 'ਚ। ਨਹੀਂ, ਉਹ ਗਲਤ ਕਲੇਮ ਆ। ਹਰਜੋਤ ਬੈਂਸ ਦੇ ਆਪਣੀ ਕੌਂਸਟੀਟੂਐਂਸੀ ਸੈਂਸੇਵਾਲ ਪਿੰਡ, ਅਸੀਂ ਸਾਰਿਆਂ ਨੇ ਵੀਡੀਓਜ਼ ਟਵਿੱਟਰ 'ਤੇ ਸ਼ੇਅਰ ਕੀਤੀਆਂ ਹੋਈਆਂ ਨੇ, ਬੜੇ ਖੁੱਲ੍ਹੇ ਤਰੀਕੇ ਨਾਲ ਉੱਥੇ ਮਾਈਨਿੰਗ ਚੱਲ ਰਹੀ ਹੈ।
ਉਸ ਤੋਂ ਪਹਿਲਾਂ ਤਰਫ ਮਾਜਰੀ ਪਿੰਡ ਆ, ਤਰਫ ਮਜਾਰੀ, ਇਹ ਆਨੰਦਪੁਰ ਦੇ ਪਿੰਡ ਗਿਆ ਮੈਂ। ਇਹ ਆਨੰਦਪੁਰ ਦੇ ਪਿੰਡਾਂ ਦੇ ਵਿੱਚ ਮਤਲਬ ਅਸੀਂ ਥੋੜ੍ਹਾ ਦਿਖਾ ਰਹੇ ਹਾਂ, ਅਖਬਾਰਾਂ ਕਹਿ ਰਹੀਆਂ ਨੇ, ਵੀਡੀਓਜ਼ ਆ ਰਹੀਆਂ ਨੇ, ਉੱਥੇ 31 ਫੁੱਟ ਡੂੰਘਾ ਉਹਨਾਂ ਨੇ ਮਾਈਨਿੰਗ ਕੀਤੀ ਹੈ ਡੀਸਿਲਟਿੰਗ ਦੇ ਨਾਮ ਦੇ ਉੱਤੇ। ਤੇ ਇਹ ਔਰ ਰਕੇਸ਼ ਚੌਧਰੀ ਜਿਹੜਾ ਕਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਦਾ ਚੇਲਾ ਚਾਪਟਾ ਗੈਰ ਕਾਨੂੰਨੀ ਮਾਈਨਿੰਗ, ਉਹੀ ਇਹਨਾਂ ਦਾ ਠੇਕੇਦਾਰ ਹੈ ਹੁਣ। ਉਹਦਾ ਮਹੀਨਾ ਕਿ ਇਹਨਾਂ ਨੇ ਕੰਮ ਬੰਦ ਕੀਤਾ, ਮੁੜ ਕੇ ਰਕੇਸ਼ ਚੌਧਰੀ ਜਦੋਂ ਸੈੱਟ ਹੋ ਗਿਆ ਜਾਂ ਨਾਲ ਇਹਨਾਂ ਦੇ ਰਲ ਗਿਆ ਵਾ, ਤੇ ਹੁਣ ਰਕੇਸ਼ ਚੌਧਰੀ ਸਾਰਾ ਕੁਝ ਕਰ ਰਿਹਾ। ਡੀਸਿਲਟਿੰਗ ਵੀ ਰਕੇਸ਼ ਚੌਧਰੀ ਕਰ ਰਿਹਾ, ਜਿੰਨੀ ਆਨੰਦਪੁਰ ਤੇ ਰੋਪੜ ਦੀ ਬੈਲਟ ਵਿੱਚ ਬਲਕਿ ਨਵਾਂ ਸ਼ਹਿਰ ਐਟਸੈਟਰਾ ਸਾਰੀ ਰਕੇਸ਼ ਚੌਧਰੀ ਦੀ ਹੈਗੀ ਹੈ। ਔਰ ਮੈਨੂੰ ਤਾਂ ਕ੍ਰਸ਼ਰਸ ਵਾਲਿਆਂ ਨੇ ਬੜੀ ਇੰਪੋਰਟੈਂਟ ਗੱਲ ਦੱਸੀ ਇੱਕ, ਕਿਉਂਕਿ ਜਿਹੜੇ ਕ੍ਰਸ਼ਰਸ ਨੇ ਨਾ ਜਗਤਾਰ, ਇਹਨਾਂ ਦਾ ਸੋਰਸ ਜਿਹੜਾ ਨਾ, ਇਹ ਜਿਹੜੀਆਂ ਸਰਕਾਰੀ ਖੱਡਾਂ ਅਲਾਟ ਹੁੰਦੀਆਂ ਇਹੀ ਸੋਰਸ ਹੈ ਇਹਨਾਂ ਦਾ। ਇਹ ਕਿਤੇ ਇੱਧਰੋਂ ਉੱਧਰੋਂ ਨਹੀਂ ਪੱਥਰ ਬਜਰੀ ਤੇ ਰੇਤਾ ਚੱਕ ਸਕਦੇ, ਇਹਨਾਂ ਨੇ ਉਹਦੇ ਤੋਂ ਹੀ ਲੈਣੀ ਹੁੰਦੀ ਆ। ਕ੍ਰਸ਼ਰਸ ਦਾ ਇੱਕਦਮ ਅਚਾਨਕ ਪਿੱਛੇ ਕੋਈ ਮਹੀਨਾ ਕੁ ਪਹਿਲਾਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਇੱਕ ਸਭ ਨੂੰ ਨੋਟਿਸ ਕੱਢ ਦਿੱਤੇ ਕਿ ਆਪਣੇ ਆਪਣੇ ਸੋਰਸ ਦੱਸੋ ਤੁਸੀਂ। ਅਚਾਨਕ ਜਦੋਂ ਉਹਨਾਂ ਨੂੰ ਉਹ ਨੋਟਿਸ ਗਏ, ਉਹਨਾਂ ਨੂੰ ਬਿਕੋਜ਼ ਅਦਰਵਾਈਜ਼ ਉਹਨਾਂ ਦੀ ਉਹ NOCs ਰੱਦ ਕਰਤੀਆਂ ਸੀ ਇਹਨਾਂ ਨੇ ਕਿ ਅਸੀਂ ਤਾਂ ਹੀ ਬਹਾਲ ਕਰਾਂਗੇ, ਸਾਨੂੰ ਸੋਰਸ ਦੱਸੋ। ਹੁਣ ਸੋਰਸ ਰਕੇਸ਼ ਚੌਧਰੀ ਆ ਸਾਰਿਆਂ ਕ੍ਰਸ਼ਰਸ ਵਾਲਿਆਂ ਤੋਂ, ਇਹ ਮੈਂ ਔਨ ਰਿਕਾਰਡ ਕਹਿ ਰਿਹਾ, ਕਿਸੇ ਨੇ ਡਿਨਾਈ ਨਹੀਂ ਕੀਤੀ। ਸਾਰੇ ਕ੍ਰਸ਼ਰਸ ਵਾਲਿਆਂ ਤੋਂ ਰਕੇਸ਼ ਚੌਧਰੀ ਨੇ ਕਿਸੇ ਤੋਂ 5 ਲੱਖ, ਕਿਸੇ ਤੋਂ 8 ਲੱਖ, ਕਿਸੇ ਤੋਂ 10 ਲੱਖ ਗੈਰ ਕਾਨੂੰਨੀ ਉਗਰਾਹੀ ਕੀਤੀ, ਤੇ ਫਿਰ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਕਿ ਹਾਂ ਇਹ ਸਾਡੇ ਸੋਰਸ ਤੋਂ ਰੇਤਾ ਬਜਰੀ ਤੇ ਕ੍ਰਸ਼ਿੰਗ ਮਟੀਰੀਅਲ ਚੱਕ ਰਹੇ ਨੇ। ਹੁਣ ਇਹ ਗੈਰ ਕਾਨੂੰਨੀ ਮਾਈਨਿੰਗ ਨਹੀਂ ਤੇ ਹੋਰ ਕੀ ਆ, ਗੁੰਡਾ ਟੈਕਸ ਚੱਲ ਰਿਹਾ ਬਕਾਇਦਾ। ਸਾਡੀ ਇੱਕ ਲੜਕੀ ਆ ਟੀਨਾ ਚੌਧਰੀ, ਸਾਡੀ ਸੈਕਟਰੀ ਆ ਪੰਜਾਬ ਪ੍ਰਦੇਸ਼ ਕਾਂਗਰਸ ਦੀ, ਉਹ ਪਠਾਨਕੋਟ ਗਈ, ਉਹਨੇ ਭੋਆ ਹਲਕੇ ਦੇ ਵਿੱਚ ਰੇਡ ਕੀਤਾ, ਉੱਥੇ ਬਕਾਇਦਾ ਗੁੰਡਾ ਪਰਚੀ ਇੱਥੇ ਸਾਹਮਣੇ ਉਹਨੇ ਰੱਖ ਕੇ ਵੀਡੀਓ ਦੇ ਉੱਤੇ ਦਿਖਾਈ ਕਿ ਆਹ ਪਰਚੀ ਦਿਖਾਈ ਬਕਾਇਦਾ, ਔਰ ਬੰਦਿਆਂ ਦੇ ਨਾਮ ਦਿਖਾਤੇ ਉਹ ਸਾਰੇ, ਉੱਤੇ ਚੋਰੀ ਦਾ ਪਰਚਾ ਦਰਜ ਕਰਤਾ ਪੁਲਿਸ ਨੇ, ਵਿਸਲ ਬਲੋਅਰ ਤੇ ਜਿਹੜਾ ਬੰਦਾ ਐਕਸਪੋਜ਼ ਕਰਦਾ। ਸੋ ਮੇਰਾ ਮੰਨਣਾ ਵਾ ਕਿ ਮਾਈਨਿੰਗ ਬਕਾਇਦਾ ਚੱਲ ਰਹੀ ਹੈ, ਔਰ ਮਾਈਨਿੰਗ ਮਟੀਰੀਅਲ ਪੰਜਾਬ ਦੇ ਵਿੱਚ ਬਹੁਤ ਮਹਿੰਗਾ ਹੋ ਗਿਆ ਵਾ। ਇਹ ਇਹਨਾਂ ਦੀ ਪਾਲਿਸੀ ਤੇ ਕਲੇਮਸ ਬਿਲਕੁਲ ਬੋਗਸ ਨੇ। ਡਰੱਗਸ ਵੀ ਇੱਦਾਂ ਹੀ ਚੱਲ ਰਹੇ ਨੇ, ਖੁਦਕੁਸ਼ੀਆਂ ਵੀ ਉੱਦਾਂ ਹੀ ਚੱਲ ਰਹੀਆਂ। ਕੇਜਰੀਵਾਲ ਕਹਿੰਦਾ ਸੀ ਮੈਨੂੰ 24 ਘੰਟੇ ਦਿਓ, ਮੈਂ ਬੇਅਦਬੀਆਂ ਖਤਮ ਕਰ ਦੂੰਗਾ। 24 ਘੰਟੇ ਕੀ, ਅਸੀਂ 24 ਮਹੀਨੇ ਦਿੰਨੇ ਇਹਨੂੰ ਬੇਅਦਬੀਆਂ ਦਾ ਹੱਲ ਕਰਨ। ਹੁਣ ਅਸੀਂ ਤਾਂ ਕੋਈ ਨੁਕਤਾਚੀਨੀ ਨਹੀਂ ਕੀਤੀ। ਕੁੰਵਰ ਵਿਜੇ ਪ੍ਰਤਾਪ ਨੇ, ਇਹਨਾਂ ਦੇ MLA ਨੇ ਕਿਹਾ ਨਾ ਕਿ ਬੇਅਦਬੀਆਂ ਦੇ ਉੱਤੇ ਫੇਲ ਹੋ ਰਹੇ ਨੇ, ਇਨਸਾਫ ਨਹੀਂ ਦੇ ਰਹੇ। ਕਿਸਾਨਾਂ ਦੀ ਖੁਦਕੁਸ਼ੀਆਂ, ਸਭ ਤੋਂ ਜ਼ਿਆਦਾ ਇਫੈਕਟਡ ਮਾਲਵਾ ਵਾ, ਸੰਗਰੂਰ, ਮਾਨਸਾ, ਬਠਿੰਡਾ। ਹਰ ਦੂਜੇ ਤੀਜੇ ਦਿਨ ਇੱਕ ਕਿਸਾਨ ਦੀ ਆਤਮ ਹੱਤਿਆ ਦੀ ਖਬਰ ਆ ਰਹੀ ਹੈ। केजरीवाल कहता सीगा जी हमारे को मौका दो, हम किसानों को खुदकुशी नहीं करने देंगे। ਉਹਦੇ ਤੇ ਵੀ ਕੋਈ ਨੀਤੀ ਨਹੀਂ ਨਜ਼ਰ ਆ ਰਹੀ ਸਾਨੂੰ। ਮੂੰਗੀ ਦਾ MSP ਦਿੱਤੀ ਸੀ, ਤੁਸੀਂ ਜਾ ਕੇ ਅਮਨ ਅਰੋੜਾ ਦੇ ਘਰ ਦੇ ਬਾਹਰ ਧਰਨਾ ਮਾਰਿਆ ਕਿਸਾਨਾਂ ਨੇ। ਉਹ ਮੈਨੂੰ ਕਿਸਾਨ ਦੇ ਨਾਮ ਵੀ ਚੇਤਾ, ਜਸਵੰਤ ਸਿੰਘ। ਉਹਨੇ ਕਿਹਾ ਜੀ, ਉਹ ਟਰਾਲੀਆਂ ਭਰ ਕੇ ਲੈ ਕੇ ਆਏ ਮੂੰਗੀ ਦੇ ਘਰ ਦੇ ਬਾਹਰ ਅਮਨ ਅਰੋੜੇ ਦੇ। ਉਹਨੂੰ ਉੱਥੇ ਉਹਨਾਂ ਨੇ ਕਿਹਾ ਜੀ ਸਾਨੂੰ 7275 ਰੁਪਏ ਸਾਡੀ MSP ਮੂੰਗੀ ਦੀ ਫਿਕਸ ਕੀਤੀ ਗਵਰਨਮੈਂਟ ਨੇ, ਤੇ ਸਾਡਾ ਤਾਂ 5000 ਨੂੰ ਵੀ ਮੂੰਗੀ ਦੀ ਕੋਈ ਖਰੀਦ ਨਹੀਂ ਕਰ ਰਿਹਾ। ਫਿਰ ਡਾਇਵਰਸੀਫਿਕੇਸ਼ਨ ਕਿੱਦਾਂ ਹੋਊਗੀ? ਸੋ ਕਈ ਗੱਲਾਂ ਜਿੱਦਾਂ ਮੈਂ ਕਹਿ ਰਿਹਾ ਵਾਂ ਕਿ ਕਾਗਜ਼ਾਂ ਤੇ ਕਲੇਮਸ ਨੇ, ਜ਼ਮੀਨ ਦੇ ਉੱਤੇ ਨਹੀਂ ਗੇ। ਇਹ ਤਾਂ ਲੱਗਦਾ ਸੰਗਰੂਰ ਇਲੈਕਸ਼ਨ ਕਿਵੇਂ ਲੱਗਦਾ ਕਿ ਕਾਂਗਰਸ ਪਾਰਟੀ ਮੁਕਾਬਲੇ 'ਚ ਹੈ ਜੀ, ਕਿ ਜਾਂ ਉੱਥੇ ਕਿਉਂਕਿ ਪੰਜ ਕੋਨਾ ਮੁਕਾਬਲਾ, BJP ਵੀ ਆ, ਸ਼੍ਰੋਮਣੀ ਅਕਾਲੀ ਦਲ ਵੀ ਆ, ਮਾਨ ਧੜਾ ਵੀ ਆ ਜੀ। ਦੇਖੋ ਮੁਕਾਬਲਾ ਤਾਂ ਫਿਰ ਇਲੈਕਸ਼ਨ ਦੇ ਵਿੱਚ ਸਾਰੀਆਂ ਪਾਰਟੀਆਂ ਹਰ ਇੱਕ ਕੈਂਡੀਡੇਟ ਕਹਿੰਦਾ ਕਿ ਮੈਂ ਜਿੱਤੂੰਗਾ। ਕਾਂਗਰਸ ਆਫ ਕੋਰਸ ਬਹੁਤ ਕੇਡਰ ਬੇਸਡ ਪਾਰਟੀ ਆ, ਹਰ ਪਿੰਡ ਹਰ ਬੂਥ ਦੇ ਉੱਤੇ ਬੰਦੇ ਬੈਠੇ ਨੇ। ਕਾਂਗਰਸ ਡੈਫੀਨਿਟਲੀ ਇਜ਼ ਇਨ ਅ ਗੁੱਡ ਫਾਈਟ। ਹੁਣ ਇਹਦਾ ਨਤੀਜਾ ਕੀ ਨਿਕਲਦਾ ਹੈ ਤਾਂ ਆਉਣ ਵਾਲਾ ਵਕਤ, ਮੈਂ ਕੋਈ ਏਡਾ ਜ਼ਿਆਦਾ ਸਫੋਲੋਜਿਸਟ ਨਹੀਂਗਾ। ਸ਼੍ਰੋਮਣੀ ਅਕਾਲੀ ਦਲ ਤੇ BJP ਨੂੰ ਕਿੱਥੇ ਦੇਖਦੇ ਜੀ? BJP ਨੂੰ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੋਟ ਕੋਈ ਸ਼ਹਿਰ ਵਿੱਚ ਭਾਵਾਂ ਪੈ ਜੇ, ਸੰਗਰੂਰ ਜਾਂ ਕਿਤੇ ਮੰਡੀਆਂ ਮੁੰਡੀਆਂ ਦੇ ਵਿੱਚ। ਹਾਲਾਂਕਿ ਮੇਰੇ ਹਿਸਾਬ ਨਾਲ ਜਿਹੜਾ ਹਿੰਦੂ ਵੋਟਰ ਵੀ ਆ ਉਹ ਵੀ ਮਾਨ ਨਾਲ ਖਫਾ, ਜਿਹੜਾ ਇਹਨਾਂ ਨੇ ਉਹ ਡਾਕਟਰ ਵਿਜੇ ਸਿੰਗਲਾ ਫੜ ਕੇ ਅੰਦਰ ਦਿੱਤਾ ਨਾ, ਉਹ ਆਹਿਸਤਾ ਆਹਿਸਤਾ ਲੋਕਾਂ ਨੂੰ ਐਂ ਲੱਗਿਆ ਕਿ ਯਾਰ ਉਹਦਾ ਤਾਂ ਤੱਥ ਹੀ ਕੋਈ ਨਹੀਂ ਗੇ। ਮੈਂ ਵੀ ਕਿਹਾ, ਦੇਖੋ ਫਿਰ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਕਰਪਸ਼ਨ ਦੇ ਖਿਲਾਫ ਜ਼ਰੂਰ, ਕਰਪਟ ਬੰਦਿਆਂ ਨੂੰ ਫੜੋ, ਪਰ ਜਦੋਂ ਅਸੀਂ ਕਿਹਾ ਕਿ ਉਹਦੀ ਆਡੀਓ ਦੱਸੋ ਕਿਹੜੀ ਹੈ, ਉਹਦੀ ਆਡੀਓ ਕੋਈ ਰਿਲੀਜ਼ ਨਹੀਂ ਕੀਤੀ। ਛੋਟੇਪੁਰ ਨੂੰ ਵਿਚਾਰੇ ਨੂੰ 2 ਲੱਖ ਦੇ ਸਟਿੰਗ 'ਚ ਅੰਦਰ ਪਾਰਟੀ 'ਚੋਂ ਕੱਢਤਾ ਸੀ, ਤੋਹੀਨ ਕੀਤੀ ਉਹਦੀ ਵੀ ਆਡੀਓ ਕਦੀ ਨਹੀਂ, ਕਹਿੰਦੇ ਸਟਿੰਗ ਹੈਗਾ ਸਾਡੇ ਕੋਲ। ਮੈਨੂੰ ਨਹੀਂ ਲੱਗਦਾ ਇਹਨਾਂ ਨੇ ਅਦਾਲਤ ਵਿੱਚ ਵੀ ਕੋਈ ਉਹਦੀ ਆਡੀਓ ਸਿੰਗਲੇ ਦੀ ਲਾਈ ਆ। ਤੋ ਕਿਤੇ ਨਾ ਕਿਤੇ ਜਿਹੜਾ ਬਾਣੀਆਂ ਵੋਟ ਬੈਂਕ ਹੈਗਾ, ਆਈ ਐਮ ਕੁਆਇਟ ਸ਼ੋਰ ਦੇ ਵੁੱਡ ਬੀ ਅਪਸੈਟ ਕਿ ਕੇਜਰੀਵਾਲ ਨੇ ਸਾਨੂੰ ਬਲੀ ਦਾ ਬੱਕਰਾ ਬਣਾਇਆ ਵਾ ਸੰਗਰੂਰ ਦੀ ਇਲੈਕਸ਼ਨ ਦੇ ਕਰਕੇ। ਸੋ ਅਕਾਲੀ ਦਲ ਜਿਹੜਾ ਵਾ, ਇਹ ਸੁਖਬੀਰ ਹੋਣੀ ਦੇ ਆਰ ਐਬਸੋਲੂਟਲੀ ਦੇ ਹੈਵ ਲੋਸਟ ਗਰਾਊਂਡ। ਉਹਨਾਂ ਨੇ ਰਾਜੋਆਣਾ ਸਾਹਿਬ ਦੀ ਭੈਣ ਨੂੰ ਕੈਂਡੀਡੇਟ ਤਾਂ ਬਣਾ ਲਿਆ, ਬੰਦੀ ਸਿੱਖਾਂ ਦੀ ਰਿਹਾਈ ਨੂੰ ਵੀ ਇਸ਼ੂ ਬਣਾ ਲਿਆ, ਪਰ ਹਰ ਬੱਚਾ ਜਾਣਦਾ ਵਾ ਕਿ 10 ਸਾਲ ਤੁਹਾਡਾ ਰਾਜ ਰਿਹਾ, ਤੁਸੀਂ ਤਾਂ ਬੰਦੀ ਸਿੱਖ ਬਣਾਏ ਸੀਗੇ।
ਤੁਸੀਂ ਜਿੰਨਾ ਯੂਆਪਾ ਦਾ ਦੁਰਉਪਯੋਗ ਸੁਖਬੀਰ ਸਿੰਘ ਬਾਦਲ ਦੇ ਰਾਜ ਵਿੱਚ ਹੋਇਆ, ਉਹਨਾਂ ਦਾ ਕੋਈ ਉਹ ਬੰਦੀ ਸਿੱਖ ਹੀ ਨੇ। ਨਵਾਂ ਸ਼ਹਿਰ ਦੇ 4 ਮੁੰਡੇ 20-20 ਸਾਲ ਦੇ ਅਰਵਿੰਦਰ ਸਿੰਘ ਵਗੈਰਾ ਸਿਰਫ ਲਿਟਰੇਚਰ ਰੱਖਣ ਦੇ ਆਧਾਰ ਤੇ ਯੂਆਪਾ ਲਾ ਕੇ ਉਮਰ ਕੈਦ ਕਰਾਤੀ ਉਹਨਾਂ ਨੂੰ, ਉਹ ਬੰਦੀ ਸਿੱਖ ਹੀ ਨੇ, ਉਹ ਛੁੱਟਣੇ ਹੀ ਨਹੀਂ ਗਏ। ਦੇਅਰਫੋਰ ਸੁਖਬੀਰ ਹੋਣਾ ਦਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਆਪਣੀ ਗਵਾਚੀ ਹੋਈ ਪੰਥਕ ਆਧਾਰ ਨੂੰ ਬਹਾਲ ਕਰਨ ਲਈ ਇਹ ਰਾਜੋਆਣੇ ਦੀ ਭੈਣ ਨੂੰ ਐਕਸਪਲੋਇਟ ਕਰ ਰਹੇ। ਤੇ ਰਾਜੋਆਣਾ ਸਾਹਿਬ ਦੀ ਭੈਣ ਪਿਛਲੀ ਸ਼ਾਇਦ 2014 ਦੀ ਪਾਰਲੀਮੈਂਟ ਲੜੇ ਸੀ ਪਟਿਆਲੇ ਤੋਂ। ਜੇ ਉਦੋਂ ਬੰਦੀ ਸਿੱਖਾਂ ਦਾ ਇਹਨਾਂ ਨੂੰ ਚੰਗਾ ਧਿਆਨ ਸੀਗਾ ਤੇ ਫਿਰ ਉਹਦਾ ਵਿਰੋਧ ਕਿਉਂ ਕੀਤਾ ਇਹਨਾਂ ਨੇ? ਜਿਹਨੂੰ ਵੀ ਲੜਾਇਆ, ਰਖੜੇ ਨੂੰ ਲੜਾਇਆ, ਕਿਸੇ ਨੂੰ ਲੜਾਇਆ, ਕਮਲਦੀਪ ਦੇ ਖਿਲਾਫ ਹੀ ਲੜਾਇਆ ਸੀਗਾ। ਸੋ ਮੈਨੂੰ ਨਹੀਂ ਲੱਗਦਾ ਕਿ ਦੇਖੋ, ਮੈਂ ਅਕਾਲੀ ਦਲ ਦੇ ਖਿਲਾਫ ਨਹੀਂ ਹੈਗਾ, ਅਕਾਲੀ ਦਲ ਬੜੀ ਅੱਛੀ ਪਾਰਟੀ ਸੀ। ਬਾਦਲ ਜਿਹੜਾ ਪਰਿਵਾਰ ਹੈ ਉਹ ਲੈ ਕੇ ਬਹਿ ਗਿਆ ਅਕਾਲੀ ਦਲ ਨੂੰ। ਜਦ ਤੱਕ ਇਹ ਬਾਦਲ ਪਰਿਵਾਰ ਹੋਵੇਗਾ, ਅਕਾਲੀ ਦਲ ਜਸਟ ਕੈਨੋਟ ਰਿਵਾਈਵ। ਜਿਸ ਤਰ੍ਹਾਂ ਕਾਂਗਰਸ ਪਾਰਟੀ ਤੇ ਮੇਰਾ ਕੀ ਸਵਾਲ ਹੈ, ਭੱਜ ਕੇ ਬੀਜੇਪੀ 'ਚ ਜਾ ਰਹੇ ਨੇ, ਤੁਹਾਨੂੰ ਲੱਗਦਾ ਕਿ ਕਾਂਗਰਸ ਪਾਰਟੀ ਸਾਫ਼ ਹੋ ਰਹੀ ਹੈ ਜਾਂ ਕਮਜ਼ੋਰ ਹੋ ਰਹੀ ਹੈ? ਦੇਖੋ, ਜਿਹੜੇ ਤਾਂ ਬੰਦੇ ਕਰਪਟ ਨੇ, ਜਿਨ੍ਹਾਂ ਦਾ ਲੋਕ ਆਧਾਰ ਨਹੀਂ ਹੈਗਾ, ਉਹ ਚੱਲ ਜਾਣਗੇ ਤਾਂ ਉਹਨਾਂ ਦਾ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ। ਤੇ ਜਾ ਕਿੱਥੇ ਰਹੇ ਨੇ? ਜਾਂ ਤਾਂ ਹੋਵੇ ਨਾ ਕਿਸੇ ਪਾਏਦਾਰ ਪਾਰਟੀ 'ਚ ਜਾ ਰਹੇ ਨੇ ਜਿਹਦਾ ਆਪਣਾ ਆਧਾਰ ਹੈਗਾ। ਬੀਜੇਪੀ ਦਾ ਪੰਜਾਬ 'ਚ ਕੋਈ ਆਧਾਰ ਨਹੀਂ, ਦੇਸ਼ ਵਿੱਚ ਹੋਊਗਾ ਮੈਨੂੰ ਨਹੀਂ ਪਤਾ। ਪੰਜਾਬ ਦੇ ਵਿੱਚ ਜਿਹੜੇ ਜਾ ਰਹੇ ਨੇ ਲੀਡਰਸ, ਚਾਹੇ ਜਿੰਨੇ ਮਰਜ਼ੀ ਚੱਲ ਜਾਣ, ਮੈਂ ਨਹੀਂ ਮੰਨਣ ਨੂੰ ਤਿਆਰ ਕਿ ਪੰਜਾਬ ਦੇ ਲੋਕ ਕਿਸਾਨੀ ਅੰਦੋਲਨ ਵਿੱਚ 600-700 ਕਿਸਾਨ ਮਾਰਿਆ ਗਿਆ, ਜਾਂ ਜਿਹੜੀਆਂ ਐਂਟੀ ਸਿੱਖ ਜਾਂ ਜਿਹੜੀ ਐਂਟੀ ਮਾਈਨੋਰਿਟੀਜ਼, ਬਿਕੋਜ਼ ਆਫਟਰ ਆਲ ਪੰਜਾਬ ਇੱਕ ਇਹੋ ਜਿਹੀ ਸਟੇਟ ਹੈ, ਇਹਨਾਂ ਨੇ ਨਾ 2014 'ਚ ਮੋਦੀ ਦੀ ਲਹਿਰ ਪ੍ਰਵਾਨ ਕੀਤੀ ਤੇ ਨਾ 2019 'ਚ ਕੀਤੀ। ਬੀਜੇਪੀ ਦਾ ਇੱਥੇ ਕੋਈ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਭਵਿੱਖ ਨਹੀਂਗਾ। ਹਾਂ, ਉਹ ਗਵਰਨਮੈਂਟ ਆਫ ਇੰਡੀਆ ਉਹਨਾਂ ਦੇ ਕੋਲ ਆ, ਗਵਰਨਰ ਦੇ ਰਾਹੀਂ ਕਿਸੇ ਸਟੇਜ ਤੇ ਪੰਜਾਬ ਦੇ ਬਹੁਤ ਹਾਲਾਤ ਖਰਾਬ ਹੋ ਗਏ, ਕੋਈ ਰਾਸ਼ਟਰਪਤੀ ਰਾਜ ਵਗੈਰਾ ਲਾ ਕੇ ਉਹ ਇਨਡਾਇਰੈਕਟਲੀ ਤਾਂ ਰਾਜ ਕਰ ਸਕਦੀ ਹੈ, ਬਟ ਬੈਲਟ ਦੇ ਥਰੂ ਤੇ ਵੋਟ ਦੇ ਰਾਹੀਂ ਬੀਜੇਪੀ ਦਾ ਪੰਜਾਬ 'ਚ ਕੋਈ ਭਵਿੱਖ ਨਹੀਂ। ਬੀਜੇਪੀ ਨੂੰ ਬਹੁਤ ਜਾਣ ਇਕੱਠੇ ਕਰ ਲਏ, ਸੁਨੀਲ ਜਾਖੜ, ਰਾਣਾ ਸੋਢੀ ਨੇ, ਉਹ ਵੀ ਇਕੱਠੇ ਹੋ ਕੇ ਪਹਿਲਾਂ ਇੱਕ ਦੂਜੇ ਨਾਲ ਕਾਂਗਰਸੀ ਕਹਿੰਦੇ ਲੜਦੇ ਹੁੰਦੇ, ਇੱਕ ਦੂਜੇ ਨੂੰ ਗਾਲਾਂ ਵੀ ਕੱਢ ਦਿੰਦੇ ਸੀ, ਫਿਰ 4-5 ਹੋਰ ਜਾਣੇ ਚੱਲ ਗਏ ਹੈਗੇ। ਨਹੀਂ, ਮੈਂ ਕਹਿੰਦਾ ਹੋਰ 10 ਚੱਲ ਜਾਣ। ਜਦ ਤੱਕ ਜਿਸ ਆਗੂ ਦੀ ਜਨਤਾ 'ਚ ਆਧਾਰ ਨਹੀਂਗਾ। ਔਰ ਮੇਰੀ ਗੱਲ ਹੋਰ ਸੁਣੋ, ਇੰਟਰਸਟਿੰਗ, ਆਈ ਵਿਲ ਟੈਲ ਆਪਣੇ ਵਿਊਅਰਸ ਨੂੰ, ਡਿਫੈਕਸ਼ਨ ਹੈਜ਼ ਟੂ ਹੈਵ ਸਮ ਵੈਲਿਡ ਗਰਾਊਂਡ। ਇਹ ਨਹੀਂਗਾ ਕਿ ਮੇਰਾ ਅੱਜ ਸਵੇਰੇ ਦਿਲ ਕੀਤਾ ਤਾਂ ਮੈਂ ਫਲਾਨੀ ਪਾਰਟੀ ਚਲੇ ਗਿਆ, ਤੇ ਅੱਜ ਪਰਸੋਂ ਸਵੇਰੇ ਮੇਰਾ ਦਿਲ ਕੀਤਾ ਤਾਂ ਉੱਧਰ ਚਲੇ। ਇਹਨਾਂ ਦਾ ਇੱਦਾਂ ਨਜ਼ਰ ਆ ਰਿਹਾ ਵਾ। ਬਹੁਤੇ ਲੋਕਾਂ ਨੂੰ ਪੰਜਾਬ ਦੇ ਵਿੱਚ ਜਿਹੜੇ ਕਾਂਗਰਸ ਦੇ ਲੀਡਰਸ ਛੱਡ ਕੇ ਬੀਜੇਪੀ ਜਾ ਰਹੇ, ਉਹਨਾਂ ਨੂੰ ਐਂ ਲੱਗ ਰਿਹਾ ਵਾ ਕਿ ਇਹ ਈਡੀ ਤੋਂ ਡਰਦੇ ਤੇ ਭਗਵੰਤ ਮਾਨ ਤੋਂ ਡਰਦੇ ਜਾ ਰਹੇ ਨੇ, ਬੀਜੇਪੀ ਦੀ ਉਹਦੀ ਸ਼ਰਨ ਵਿੱਚ ਗਏ ਨੇ। ਹੁਣ ਤੁਸੀਂ ਦੱਸੋ, ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਪਿੱਛੇ ਵੋਟ ਬੈਂਕ ਕਿੰਨਾ ਜਾਵੇਗਾ? ਜੇ ਤੁਸੀਂ ਡਿਫੈਕਸ਼ਨ ਕਰ ਰਹੇ ਹੋ ਫॉर ਅ ਕੌਜ਼, ਕਿ ਕੋਈ ਤੁਹਾਡਾ ਮਤਲਬ ਤੁਹਾਡੇ ਹਕੂਕ, ਤੁਹਾਡੇ ਸੂਬੇ ਦੇ ਕੋਈ ਪਾਰਟੀ ਜਿਹੜੀ ਆ ਉਹ ਰੌਂਦ ਰਹੀ ਆ, ਤੁਸੀਂ ਕਹਿੰਦੇ ਕਿ ਮੈਂ ਇਹਦਾ ਵਿਰੋਧ ਕਰਦਾ, ਮੈਂ ਫਲਾਨੀ ਪਾਰਟੀ 'ਚ ਜਾਊਂਗਾ, ਉਹ ਤਾਂ ਐਕਸੈਪਟੇਬਲ ਹੈ। ਡਿਫੈਕਸ਼ਨ ਵਿਦਆਊਟ ਅ ਕੌਜ਼ ਜਸਟ ਫॉर ਪ੍ਰੋਟੈਕਸ਼ਨ, ਇਹਦਾ ਕੋਈ ਪਰਪਸ ਸਰਵ ਨਹੀਂ ਹੋਵੇਗਾ। ਰਾਜਾ ਅਮਰਿੰਦਰ ਸਿੰਘ ਵੜਿੰਗ ਔਰ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਜੋੜੀ ਹੈਗੀ, ਤੁਹਾਨੂੰ ਲੱਗਦਾ ਕਿ ਉਹਦੇ ਨਾਲ ਕਾਂਗਰਸ ਮਜ਼ਬੂਤ ਹੋਏਗੀ? ਹਾਂ, ਆਫਟਰ ਆਲ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੇ ਸੋਚ ਕੇ ਫੈਸਲਾ ਲਿਆ ਹੈਗਾ, ਔਰ ਹਰ ਇੱਕ ਨੂੰ ਸਮਾਂ ਮਿਲਣਾ ਚਾਹੀਦਾ। ਜੇ ਭਗਵੰਤ ਮਾਨ ਮੈਨੂੰ ਕਹਿੰਦਾ ਕਿ ਮੈਨੂੰ ਇੰਨੀ ਛੇਤੀ ਜੱਜ ਨਾ ਕਰੋ, 3 ਮਹੀਨੇ ਕੋਈ ਟਾਈਮ ਨਹੀਂ ਹੈਗਾ, ਤੇ ਇਸ ਜੋੜੀ ਨੂੰ ਵੀ ਹਲੇ ਹੋਰ ਸਮਾਂ। ਆਫਟਰ ਆਲ ਜਿਹੜੇ ਕੋਈ ਵੀ ਆਗੂ ਹੁੰਦਾ, ਉਹਦੀ ਇਲੈਕਟੋਰਲ ਜਿਹੜੇ ਰਿਜ਼ਲਟਸ ਆ ਉਹ ਰਿਫਲੈਕਸ਼ਨ ਹੁੰਦੇ ਨੇ। ਸੋ ਹੁਣ ਸੰਗਰੂਰ ਦਾ ਰਿਜ਼ਲਟ ਆਊਗਾ, ਇਹ ਰਿਫਲੈਕਸ਼ਨ ਹੋਵੇਗੀ ਸਾਰਿਆਂ ਦੇ ਉੱਤੇ। ਉਸ ਤੋਂ ਬਾਅਦ 2024 ਦੇ ਇਲੈਕਸ਼ਨਸ ਹੋਣਗੇ, ਉਹਦਾ ਜਿਹੜਾ ਨਤੀਜਾ ਹੋਊਗਾ ਉਹ ਸਾਰੀਆਂ ਪੋਲੀਟੀਕਲ ਪਾਰਟੀਜ਼ ਉੱਤੇ ਰਿਫਲੈਕਟ ਕਰੇਗਾ ਕਿ ਕਿਹੜੀ ਪਾਰਟੀ ਕਿੱਥੇ ਖੜੀ ਹੈ। ਓਨਲੀ ਦੈਨ ਆਈ ਕੈਨ ਸੇ ਸਮਥਿੰਗ। ਅਦਰਵਾਈਜ਼ ਜਿਹੜੇ ਲੋਕਾਂ ਦੇ ਇਸ਼ੂਜ਼ ਨੇ ਉਹ ਚੱਕ ਰਹੇ ਨੇ, ਸਾਰੇ ਜਿਹੜੇ ਰੈਲੇਵੈਂਟ ਹੈਗੇ ਨੇ ਉਹ ਸਾਰਾ ਕੁਝ ਕੀਤਾ ਜਾ ਰਿਹਾ। ਚਲੋ ਬਹੁਤ ਬਹੁਤ ਮਿਹਰਬਾਨੀ। ਵੈਲਕਮ। ਉਹ ਜਿੱਥੇ ਤੱਕ ਸੰਗਰੂਰ ਦਾ ਸਵਾਲ ਹੈ, 23 ਤਰੀਕ ਨੂੰ ਔਰ 26 ਨੂੰ ਰਿਜ਼ਲਟ ਆ ਜਾਣਾ, ਪਤਾ ਲੱਗਣਾ ਹੈਗਾ ਕਿ ਭਗਵੰਤ ਮਾਨ ਦਾ ਜਿਹੜਾ ਪਹਿਲਾ ਟੈਸਟ ਹੈ ਉਹਨਾਂ ਦੀ ਸਰਕਾਰ ਪਾਸ ਹੁੰਦੀ ਜਾਂ ਨਹੀਂ ਹੁੰਦੀ। ਪਰ ਜਿਹੜੇ ਕਾਂਗਰਸੀ ਭੱਜ ਕੇ ਬੀਜੇਪੀ 'ਚ ਸ਼ਾਮਲ ਹੋ ਰਹੇ ਨੇ, ਉਹਨਾਂ ਤੇ ਵੀ ਲੋਕ ਸਵਾਲ ਖੜੇ ਕਰ ਰਹੇ ਨੇ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।